हाँ जी, ਵੈਲਕਮ ਯੂ ਆਲ। ਅਤੇ ਮੇਰਾ ਨਾਮ ਗਗਨਦੀਪ ਕੌਰ ਹੈ। ਆਪਾਂ ਕੰਪੀਟੀਸ਼ਨ ਐਗਜ਼ਾਮਸ ਲਈ ਹਿਸਟਰੀ ਆਫ ਇੰਡੀਆ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਅੱਜ ਆਪਾਂ ਟੋਪਿਕ ਦਾ ਹੜੱਪਾ ਸਿਵਲਾਈਜੇਸ਼ਨ ਤੋਂ ਸਟਾਰਟ ਕਰਾਂਗੇ। ਇਹਦੇ ਵਿੱਚ ਜਿਹੜੇ ਆਪਾਂ ਟੋਪਿਕ ਕਰਨੇ ਆ ਉਹਨੇ ਹੜੱਪਾ ਸਿਵਲਾਈਜੇਸ਼ਨ ਦੀ ਓਰੀਜਨ, ਇਹਦੀ ਡੇਟ, ਇਹਦੀ ਐਕਸਟੈਂਟ, ਇਹਦੇ ਮੇਨ ਫੀਚਰਸ ਅਤੇ ਇਹਦੇ ਕਾਜ਼ਜ਼ ਆਫ ਡਿਕਲਾਈਨ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਆਪਣੇ ਮਾਈਂਡ ਦੇ ਵਿੱਚ ਇੱਕ ਡਾਊਟ ਆਉਂਦਾ ਹੈ ਕਿ ਆਪਾਂ ਹਿਸਟਰੀ ਨੂੰ ਪੜ੍ਹਦੇ ਹੀ ਕਿਉਂ ਆ ਨਾ। ਹਿਸਟਰੀ ਨੂੰ ਆਪਾਂ ਆਪਣੇ ਪਿਛੋਕੜ ਬਾਰੇ, ਜੋ ਵੀ ਆਪਣੇ ਪਿਛਲੇ ਟਾਈਮ ਦੇ ਵਿੱਚ ਹੋਇਆ, ਉਹਨਾਂ ਲੋਕਾਂ ਦੀਆਂ ਕੀ ਅਚੀਵਮੈਂਟਸ ਸੀ, ਉਹ ਲੋਕ ਕਿੱਦਾਂ ਰਹਿੰਦੇ ਸੀ, ਕੀ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਸੀ, ਜਾਂ ਉਹਨਾਂ ਨੇ ਕੀ ਗਲਤੀਆਂ ਕੀਤੀਆਂ। ਹਿਸਟਰੀ ਦਾ ਜਿਹੜਾ ਮੇਨ ਪਰਪਜ਼ ਆ ਉਹਨਾਂ ਲੋਕਾਂ ਦੇ ਲਾਈਫ ਸਟਾਈਲ ਨੂੰ ਪੜ੍ਹਨਾ, ਅਤੇ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਕੀਤੀਆਂ ਉਹਨਾਂ ਤੋਂ ਆਪਾਂ ਕੁਝ ਸਿੱਖਣਾ ਹੁੰਦਾ। ਜਿਹੜੀਆਂ ਫਿਊਚਰ ਜਨਰੇਸ਼ਨਸ ਹੁੰਦੀਆਂ ਉਹ ਚਾਹੁੰਦੀਆਂ ਨੇ ਕਿ ਵੀ ਉਹ ਵਾਲੀਆਂ ਮਿਸਟੇਕਸ ਉਹ ਰਿਪੀਟ ਨਾ ਕਰਨ। ਠੀਕ ਹੈ, ਇਸ ਲਈ ਆਪਾਂ ਹਿਸਟਰੀ ਨੂੰ ਪੜ੍ਹਦੇ ਹਾਂ। ਹਿਸਟਰੀ ਵੈਸੇ ਬੋਰਿੰਗ ਸਬਜੈਕਟ ਨਹੀਂ ਹੈ, ਬਟ ਜੇ ਆਪਾਂ ਨੂੰ ਪੜ੍ਹਨਾ ਨਹੀਂ ਆਉਂਦਾ, ਕਈ ਵਾਰ ਕੀ ਹੁੰਦਾ ਕਿ ਆਪਾਂ ਨੂੰ ਸੁਣਨਾ ਜ਼ਿਆਦਾ ਵਧੀਆ ਲੱਗਦਾ। ਜੇ ਹਿਸਟਰੀ ਨੂੰ ਸਹੀ ਤਰੀਕੇ ਦੇ ਨਾਲ ਕਿਸੇ ਤੋਂ ਸੁਣਿਆ ਜਾਵੇ, ਸਮਝਿਆ ਜਾਵੇ, ਤਾਂ ਹਿਸਟਰੀ ਵੀ ਇੰਟਰਸਟਿੰਗ ਲੱਗਣ ਲੱਗ ਜਾਂਦੀ ਆ। ਵੇਖਿਆ ਜਾਵੇ, ਜਿਵੇਂ ਆਪਾਂ ਸੋਚਦੇ ਹਾਂ ਵੀ ਜਿਵੇਂ ਆਪਣੀਆਂ ਰੂਟਸ ਹੁੰਦੀਆਂ ਨਾ, ਫੈਮਿਲੀ ਟਰੀ ਹੁੰਦਾ ਵੀ ਆਪਣੇ ਦਾਦੇ ਕੀ ਕਰਦੇ ਸੀ, ਪੜਦਾਦੇ ਕੀ ਕਰਦੇ ਸੀ, ਉਦੋਂ ਪਹਿਲਾਂ ਸਾਡੇ ਕੋਲ ਕੀ ਸੀ, ਉਸ ਤੋਂ ਪਹਿਲਾਂ ਕੀ ਸੀ, ਤਾਂ ਉਹ ਚੀਜ਼ਾਂ ਆਪਾਂ ਨੂੰ ਚੰਗੀਆਂ ਲੱਗਦੀਆਂ। ਉਵੇਂ ਇਹ ਹਿਸਟਰੀ ਜਿਹੜੀ ਆ ਉਹ ਸਾਡੀਆਂ ਰੂਟਸ ਬਾਰੇ, ਸਾਡੇ ਐਨਸੈਸਟਰਸ ਬਾਰੇ ਸਾਨੂੰ ਜਾਣਕਾਰੀ ਦਿੰਦੀ ਆ। ਇਸ ਲਈ ਹਿਸਟਰੀ ਇੱਕ ਬੋਰਿੰਗ ਸਬਜੈਕਟ ਨਹੀਂ ਹੈ, ਇੱਕ ਪ੍ਰਾਊਡ ਵਾਲਾ ਸਬਜੈਕਟ ਹੈ। ਜੇ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਪੜ੍ਹੀਏ, ਇਹ ਸਾਨੂੰ ਬਹੁਤ ਉਹਨਾਂ ਚੀਜ਼ਾਂ ਬਾਰੇ ਜਾਣਕਾਰੀ ਦਿੰਦੀ ਹੈ ਜਿਹੜੀਆਂ ਦੀ ਆਪਾਂ ਕਦੇ ਕਲਪਨਾ ਵੀ ਨਹੀਂ ਕਰਦੇ। ਜੋ ਜ਼ਿੰਦਗੀ ਅੱਜ ਸ਼ੁਰੂ ਹੋਈ ਹੈ ਉਹ ਸਿੱਧੀ ਬਿਲਕੁਲ ਇੱਦਾਂ ਤਾਂ ਨਹੀਂ ਨਾ ਸ਼ੁਰੂ ਹੋਈ ਹੋਊਗੀ, ਉਹਦੀ ਕੋਈ ਤਾਂ ਰੂਟ ਹੋਊਗੀ। ਸੋ ਹਿਸਟਰੀ ਦੇ ਵਿੱਚ ਆਪਾਂ ਰੂਟਸ ਬਾਰੇ ਪੜ੍ਹਦੇ ਹਾਂ ਵੀ ਕਿੱਥੋਂ ਦੁਨੀਆ ਸ਼ੁਰੂ ਹੋਈ। ਸੋ ਅੱਜ ਆਪਾਂ ਇਹਦਾ ਜਿਹੜਾ ਟੋਪਿਕ ਆ ਉਹ ਇੰਡਸ ਵੈਲੀ ਸਿਵਲਾਈਜੇਸ਼ਨ, ਜਾਣੀ ਕਿ ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਪੜ੍ਹਨਾ। ਇਹਦਾ ਜਿਹੜਾ ਮੇਨ ਜ਼ਿਆਦਾ ਨਾਮ ਲਿਆ ਜਾਂਦਾ ਉਹ ਹੜੱਪਾ ਸਿਵਲਾਈਜੇਸ਼ਨ ਲਿਆ ਜਾਂਦਾ। ਇਹਦੇ ਵਿੱਚ ਜਿਹੜਾ ਹੜੱਪਾ ਉਹ ਤਾਂ ਇੱਕ ਸ਼ਹਿਰ ਦਾ ਨਾਮ ਹੈ, ਜਿਵੇਂ ਪਟਿਆਲਾ, ਮੋਹਾਲੀ, ਮੋਗਾ, ਕੋਈ ਵੀ ਸ਼ਹਿਰ ਹੋ ਗਿਆ। ਬਟ ਜਿਹੜਾ ਸਿਵਲਾਈਜੇਸ਼ਨ ਵਰਡ ਹੈ ਇਹਦਾ ਮਤਲਬ ਹੈ ਸੱਭਿਅਤਾ। ਸਭ ਤੋਂ ਪਹਿਲਾਂ ਤਾਂ ਸੱਭਿਅਤਾ ਵਰਡ ਕੀ ਹੈ, ਇਹਦਾ ਮਤਲਬ ਕੀ ਹੈ। ਸੱਭਿਅਤਾ ਹੁੰਦਾ ਜਿੱਥੋਂ ਦੇ ਜਿਹੜੇ ਲੋਕ ਨੇ ਉਹ ਰਹਿੰਦੇ ਨੇ, ਉਹਨਾਂ ਦਾ ਕੀ ਕਲਚਰ ਹੈ, ਕੀ ਉਹ ਖਾਂਦੇ ਪੀਂਦੇ ਨੇ, ਕੀ ਉਹਨਾਂ ਦੇ ਤੌਰ ਤਰੀਕੇ ਨੇ, ਕੀ ਉਹਨਾਂ ਦੇ ਰਸਮ ਰਿਵਾਜ ਨੇ। ਠੀਕ ਹੈ, ਉਹ ਸਭ ਚੀਜ਼ਾਂ ਨੂੰ, ਉਹਨਾਂ ਦੇ ਇੱਕ ਰੂਲਸ ਐਂਡ ਰੈਗੂਲੇਸ਼ਨ ਦਾ ਜਿਹੜਾ ਇੱਕ ਸਟਰਕਚਰ ਬਣਿਆ ਹੁੰਦਾ ਉਹਨੂੰ ਆਪਾਂ ਸੱਭਿਅਤਾ ਦਾ ਨਾਮ ਦਿੰਦੇ ਹਾਂ। ਠੀਕ ਹੈ, ਸੋ ਆਪਾਂ ਸਭ ਤੋਂ ਪਹਿਲਾਂ ਜਿਹੜਾ ਟੋਪਿਕ ਕਵਰ ਕਰਨ ਜਾ ਰਹੇ ਹਾਂ ਉਹ ਹੈਗਾ ਹੜੱਪਾ ਸਿਵਲਾਈਜੇਸ਼ਨ ਦੀ ਓਰੀਜਨ, ਇਹਦੀ ਹੋਂਦ, ਇਹਦੀ ਉਤਪੱਤੀ ਕਿੱਦਾਂ ਸ਼ੁਰੂ ਹੋਈ। ਸੋ ਜਿਹੜੇ ਮਤਲਬ ਪੁਰਾਣੇ ਜਿਹੜੇ ਖੋਜਕਰਤਾ ਨੇ ਜਾਂ ਆਰਕੀਓਲੋਜਿਸਟ ਨੇ, ਉਹਨਾਂ ਨੇ ਜੋ ਵੀ ਐਕਸਕੇਵੇਟ ਕੀਤਾ, ਅਵਸ਼ੇਸ਼ ਮਿਲੇ ਉਹਨਾਂ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਹੜੱਪਾ ਸਿਵਲਾਈਜੇਸ਼ਨ ਹੈ ਇਹ ਲਗਭਗ ਅੱਜ ਤੋਂ 7000 ਸਾਲ ਪਹਿਲਾਂ ਜਿਹੜਾ ਇੰਡੀਅਨ ਸਬ ਕੰਟੀਨੈਂਟ ਹੈ, ਜਾਣੀ ਕਿ ਭਾਰਤੀ ਉਪ ਮਹਾਂਦੀਪ ਦੇ ਉੱਤਰ ਪੱਛਮ ਵਿੱਚ, ਨਾਰਥ ਵੈਸਟ ਡਾਇਰੈਕਸ਼ਨ ਦੇ ਵਿੱਚ ਸ਼ੁਰੂ ਹੋਈ ਸੀ। ਇਹ ਜਿਹੜੀ ਸਿਵਲਾਈਜੇਸ਼ਨ ਹੈ ਇਹ ਸ਼ਹਿਰੀ ਸੀ, ਜਿਵੇਂ ਅੱਜ ਦੇ ਸ਼ਹਿਰ ਨੇ ਨਾ, ਇਹਦਾ ਜਿਹੜਾ ਪੈਟਰਨ ਹੈ ਇਹ ਸ਼ਹਿਰਾਂ ਵਾਂਗੂ ਹੀ ਸੀ। ਅਤੇ ਇਹ ਜਿਹੜਾ ਸਿਵਲਾਈਜੇਸ਼ਨ ਦਾ ਜਿਹੜਾ ਏਰੀਆ ਹੈ, ਇਹ ਜਿਹੜੇ ਦੋ ਦਰਿਆ ਸੀ ਉਸ ਟਾਈਮ ਦੇ, ਅੱਜ ਸਿੰਧੂ ਤਾਂ ਅੱਜ ਦੇ ਟਾਈਮ 'ਚ ਵੀ ਪਾਇਆ ਜਾਂਦਾ ਹੈ, ਇੰਡਸ ਰਿਵਰ ਜਿਹਨੂੰ ਆਪਾਂ ਕਹਿੰਦੇ ਹਾਂ, ਸਿੰਧੂ ਅਤੇ ਰਿਵਰ ਸਰਸਵਤੀ। ਸਰਸਵਤੀ ਜਿਹੜੀ ਅੱਜ ਆਪਾਂ ਕਹਿੰਦੇ ਵੀ ਅੱਜ ਕੱਲ੍ਹ ਅਲੋਪ ਹੋ ਗਈ ਹੈ ਜਾਂ ਥੋੜ੍ਹੀ ਬਹੁਤੀ ਘੱਗਰ ਦੇ ਨਾਮ ਵਜੋਂ ਬਚੀ ਹੈ, ਉਸ ਜਿਹੜਾ ਉਹਦੇ ਵਿਚਾਲੜਾ ਇਲਾਕਾ ਸੀ ਨਾ, ਉਹਦੇ ਵਿੱਚ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ ਆ ਉਹ ਸ਼ੁਰੂ ਹੋਈ ਸੀ। ਅਤੇ ਇਹ ਇਕੱਲੀ ਸਿਵਲਾਈਜੇਸ਼ਨ ਨਹੀਂ ਸੀ। ਜੇ ਇੰਡੀਆ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਸੀ ਜਾਂ ਸਿੰਧੂ ਘਾਟੀ ਦੀ ਸੱਭਿਅਤਾ ਜਿਹਨੂੰ ਆਪਾਂ ਕਹਿੰਦੇ ਸੀਗੀ, ਉਸ ਟਾਈਮ 'ਤੇ ਵਰਲਡ ਦੇ ਵਿੱਚ ਹੋਰ ਵੀ ਦੁਨੀਆ 'ਤੇ ਕਈ ਸੱਭਿਅਤਾਵਾਂ ਸੀਗੀਆਂ, ਜਿਨ੍ਹਾਂ ਦੇ ਵਿੱਚੋਂ 4 ਸੱਭਿਅਤਾਵਾਂ ਬਾਰੇ ਆਪਾਂ ਗੱਲ ਕਰਦੇ ਹਾਂ। ਪਹਿਲੀ ਤਾਂ ਆਪਣੀ ਸੱਭਿਅਤਾ ਹੋ ਗਈ ਸਿੰਧੂ ਘਾਟੀ ਦੀ ਸੱਭਿਅਤਾ, ਜਿਹੜੀ ਕਿ ਦਰਿਆ ਸਿੰਧੂ ਦੇ ਕੰਢੇ ਵਸੀ। ਦੂਜੀ ਜਿਹੜੀ ਦੁਨੀਆ ਦੀ ਮਸ਼ਹੂਰ ਸੱਭਿਅਤਾ ਹੋਈ ਆ ਉਹ ਹੋਈ ਹੈ ਮਿਸਰ ਦੀ ਸੱਭਿਅਤਾ, ਜਾਣੀ ਕਿ ਇਜਿਪਟ ਸਿਵਲਾਈਜੇਸ਼ਨ, ਇਹ ਨੀਲ ਦਰਿਆ ਦੇ ਕੰਢੇ ਸੀ। ਤੀਜੀ ਸਿਵਲਾਈਜੇਸ਼ਨ ਹੈਗੀ ਆ ਮੈਸੋਪੋਟਾਮੀਆ ਦੀ ਸੱਭਿਅਤਾ, ਜਾਣੀ ਕਿ ਸੁਮੇਰ ਦੀ ਸੱਭਿਅਤਾ, ਇਹ ਦਰਿਆ ਟਾਈਗ੍ਰਿਸ ਅਤੇ ਯੂਫਰੇਟਸ ਦੇ ਕੰਢੇ ਵਸੀ। ਚੌਥੀ ਜਿਹੜੀ ਸੱਭਿਅਤਾ ਹੈਗੀ ਆ ਇਹ ਹੈਗੀ ਆ ਚੀਨ ਦੀ ਸੱਭਿਅਤਾ, ਜਿਹੜੀ ਕਿ ਉੱਥੋਂ ਦੇ ਦਰਿਆ ਹਵਾਂਗ ਹੋ, ਜਿਹਨੂੰ ਕਿ ਪੀਲੇ ਦਰਿਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਅਤੇ ਯੈਂਗਸੀ ਦਰਿਆ, ਇਹਨਾਂ 2 ਦਰਿਆਵਾਂ ਦੇ ਕੰਢੇ ਵਸੀ। ਠੀਕ ਹੈ, ਹੁਣ ਆਪਾਂ ਸਿੰਧੂ ਘਾਟੀ ਬਾਰੇ 2-4 ਗੱਲਾਂ ਜਿਹੜੀਆਂ ਮੇਨ ਪੁਆਇੰਟਸ ਨੇ ਉਹ ਡਿਸਕਸ ਕਰ ਲੈਂਦੇ ਹਾਂ। ਸਿੰਧੂ ਘਾਟੀ ਦੀ ਸੱਭਿਅਤਾ ਜਿਹੜੀਆਂ ਆਪਦੇ ਟਾਈਮ ਦੀਆਂ ਜਿਹੜੀਆਂ ਸੱਭਿਅਤਾਵਾਂ ਸੀਗੀ, ਉਹਨਾਂ ਦੇ ਵਿੱਚੋਂ ਕਾਫੀ ਮਸ਼ਹੂਰ ਵੀ ਸੀ ਅਤੇ ਕਾਫੀ ਵੱਡੀ ਵੀ ਸੀ। ਜਿਹੜੇ ਪੁਰਾਣੇ ਜੋ ਵੀ ਇਹਨਾਂ ਦੇ ਅਵਸ਼ੇਸ਼ ਮਿਲੇ ਆ ਉਹਨਾਂ ਤੋਂ ਪਤਾ ਚੱਲਿਆ ਕਿ ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ ਹੈ ਉਸ ਸਮੇਂ ਦੀ ਜਿਹੜੀ ਮਿਸਰ ਦੀ ਸੱਭਿਅਤਾ ਸੀ ਉਹਦੇ ਤੋਂ ਲਗਭਗ 20 ਗੁਣਾ ਵੱਡੀ ਸੀ।
ਹੁਣ ਜੇ ਆਪਾਂ ਇਹਦੇ ਨਾਂ ਦੀ ਗੱਲ ਕਰੀਏ ਤਾਂ ਜਿਹੜਾ ਸਿੰਧੂ ਘਾਟੀ ਨੂੰ ਜਿਹੜਾ ਇਹ ਨਾਮ ਦਿੱਤਾ ਗਿਆ ਜਾਂ ਹੜੱਪਾ ਸਿਵਲਾਈਜੇਸ਼ਨ ਜਿਹੜਾ ਆਪਾਂ ਇਹਨੂੰ ਵਰਡ ਦਿੰਦੇ ਹਾਂ, ਜਾਂ ਇੰਡਸ ਵੈਲੀ ਸਿਵਲਾਈਜੇਸ਼ਨ, ਇੱਕ ਸਾਇੰਟਿਸਟ ਜਾਂ ਵਿਦਵਾਨ ਜਿਹਨੂੰ ਆਪਾਂ ਜਿਨ੍ਹਾਂ ਦਾ ਨਾਮ ਹੈ ਜੌਨ ਮਾਰਸ਼ਲ, ਉਹਨਾਂ ਨੇ ਇਹਨੂੰ ਇਹ ਨਾਮ ਦਿੱਤਾ ਸੀ। ਸਿੰਧੂ ਘਾਟੀ ਦੇ ਹੋਰ ਵੀ ਕਾਫੀ ਸਾਰੇ ਨਾਮ ਨੇ, ਜਿਵੇਂ ਕਿ ਸਰਸਵਤੀ ਸੱਭਿਅਤਾ ਜਾਂ ਹੜੱਪਾ ਸੱਭਿਅਤਾ, ਪਰ ਜਿਹੜੀ ਇਹ ਮੇਨ ਜਿਹੜੀ ਫੇਮਸ ਹੋਈ ਉਹ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਨਾਮ ਨਾਲ ਫੇਮਸ ਹੋਈ ਹੈ, ਕਿਉਂਕਿ ਇੰਡਸ ਦਰਿਆ ਯਾਨੀ ਕਿ ਸਿੰਧੂ ਦਰਿਆ ਦੇ ਕੰਢੇ ਵਸੀ ਸੀ। ਇੱਕ ਮੇਨ ਪੁਆਇੰਟ ਜਦੋਂ ਆਪਾਂ ਇਹਨਾਂ ਸੱਭਿਅਤਾ ਬਾਰੇ ਹੁਣ ਆਪਾਂ ਪੜ੍ਹਿਆ ਵੀ ਫਲਾਨੀ ਸੱਭਿਅਤਾ ਇਸ ਦਰਿਆ ਦੇ ਸੀ, ਮਿਸਰ ਦੀ ਸੱਭਿਅਤਾ ਨੀਲ ਦੇ ਦਰਿਆ ਸੀ, ਜਾਂ ਚੀਨ ਦੀ ਸੱਭਿਅਤਾ ਹਵਾਂਗ ਹੋ ਦੇ ਦਰਿਆ ਸੀ, ਆਪਣੇ ਮਾਈਂਡ 'ਚ ਇੱਕ ਡਾਊਟ ਆਉਂਦਾ ਵੀ ਜਿਹੜੀਆਂ ਇਹ ਸੱਭਿਅਤਾਵਾਂ ਇਹ ਦਰਿਆਵਾਂ ਦੇ ਕੰਢੇ ਹੀ ਕਿਉਂ ਵਸੀਆਂ। ਸੋ ਇਹਦਾ ਇੱਕੋ ਇੱਕ ਆਨਸਰ ਹੈ ਵੀ ਇੱਕ ਤਾਂ ਜਿਹੜੀ ਦਰਿਆਈ ਮਿੱਟੀ ਆਪਾਂ ਕਹਿੰਦੇ ਵੀ ਬੜੀ ਉਪਜਾਊ ਹੁੰਦੀ ਹੈ, ਅਤੇ ਜਿਹੜਾ ਵੀ ਲੋਕਾਂ ਨੂੰ ਖਾਣ ਪੀਣ ਦੀਆਂ ਜੋ ਵੀ ਚੀਜ਼ਾਂ ਚਾਹੀਦੀਆਂ ਸੀ ਉਹ ਦਰਿਆਵਾਂ ਦੇ ਵਿੱਚ ਈਜ਼ਲੀ ਅਵੇਲੇਬਲ ਹੋ ਜਾਂਦੀਆਂ ਸੀ, ਹੈ ਨਾ, ਮਿੱਟੀ ਦੇ ਵਿੱਚ ਉਗਾ ਲੈਂਦੇ ਸੀ। ਦੂਜੀ ਗੱਲ ਜਿਹੜੀ ਪਾਣੀ ਹੈ ਉਹ ਆਪਣੀ ਇੱਕ ਬੇਸਿਕ ਨੀਡ ਹੈ, ਮੁੱਢਲੀ ਲੋੜ ਆਪਣੀ ਪਾਣੀ ਹੈ, ਤਾਂ ਜਿਹੜਾ ਪਾਣੀ ਕਰਕੇ ਇੱਕ ਤਾਂ ਦਰਿਆਵਾਂ ਦੇ ਕੰਢੇ ਸੌਖਾ ਹੋ ਗਿਆ। ਤੀਜੀ ਗੱਲ ਆਪਾਂ ਨੂੰ ਅੱਜ ਵੀ ਪਤਾ ਹੈ ਵੀ ਜੇ ਆਪਾਂ ਹਵਾਈ ਟਰਾਂਸਪੋਰਟ ਜਾਂ ਰੋਡ ਵਾਲਾ ਟਰਾਂਸਪੋਰਟ ਦੀ ਗੱਲ ਕਰੀਏ ਤਾਂ ਹਜੇ ਵੀ ਆਪਾਂ ਨੂੰ ਮਹਿੰਗਾ ਪੈਂਦਾ, ਬਟ ਜਿਹੜਾ ਪਾਣੀ ਵਾਲੀ ਟਰਾਂਸਪੋਰਟ ਹੈ ਬੇੜੀਆਂ ਦੇ ਥਰੂ ਜਿਹੜਾ ਵਪਾਰ ਆਪਾਂ ਕਰੀਏ ਤਾਂ ਬਹੁਤ ਸੌਖਾ ਪੈਂਦਾ, ਇਸ ਲਈ ਆਪਣਾ ਅੱਜ ਵੀ ਵਪਾਰ ਜਿਹੜਾ ਮੋਸਟਲੀ ਸਮੁੰਦਰਾਂ ਦੇ ਦੁਆਰਾ ਹੁੰਦਾ। ਅਤੇ ਉਸ ਟਾਈਮ ਵੀ ਲੋਕ ਜ਼ਰੂਰੀ ਤਾਂ ਨਹੀਂ ਨਾ ਕਿ ਸਾਰੀਆਂ ਚੀਜ਼ਾਂ ਇਹ ਲੋਕ ਆਪ ਹੀ ਉਗਾ ਲੈਂਦੇ ਸੀ, ਕੁਛ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਇਹਨਾਂ ਨੂੰ ਇੱਧਰੋਂ ਉੱਧਰੋਂ ਲੈਣੀਆਂ ਪੈਂਦੀਆਂ ਸੀ, ਕੋਈ ਕੱਪੜਾ ਲੈਣਾ ਜਾਂ ਕੋਈ ਗਹਿਣੇ ਗੱਟੇ ਲੈਣੇ ਆ ਜਾਂ ਕੋਈ ਪੱਥਰ ਮੰਗਵਾਉਣਾ ਪੈ ਗਿਆ, ਕਈ ਹੋਰ ਥਾਵਾਂ 'ਤੇ ਜਿਹੜੀਆਂ ਸੱਭਿਅਤਾਵਾਂ ਸੀਗੀਆਂ ਉੱਧਰੋਂ ਲੈਣ ਦੇਣ ਕਰਦੇ ਸੀ, ਹੈ ਨਾ। ਅਤੇ ਜਿਹੜਾ ਵਪਾਰ ਸੀਗਾ ਉਹ ਦਰਿਆਵਾਂ ਦੇ ਥਰੂ ਹੁੰਦਾ ਸੀ, ਇੱਕ ਦਰਿਆ ਤੋਂ ਦੂਜੇ ਦਰਿਆ ਦੀ ਬੇੜੀ ਇੱਦਾਂ, ਤਾਂ ਇਸ ਲਈ ਜਿਹੜੀ ਇਹ ਸੱਭਿਅਤਾ ਇਹ ਦਰਿਆਵਾਂ ਦੇ ਕੰਢੇ ਹੀ ਵਸੀਆਂ, ਕਿਉਂਕਿ ਉਹ ਦਰਿਆਵਾਂ ਦੇ ਵਿੱਚ ਜਿਹੜੀ ਆਵਾਜਾਈ ਸੀ ਉਹ ਸੌਖੀ ਸੀ। ਠੀਕ ਹੈ, ਹੁਣ ਇੱਕ ਆਪਣਾ ਟੌਪਿਕ ਕਵਰ ਹੋ ਗਿਆ ਵੀ ਸਿੰਧੂ ਘਾਟੀ ਕਿਵੇਂ ਸ਼ੁਰੂ ਹੋਈ। ਸਿੰਧੂ ਘਾਟੀ ਲਗਭਗ ਅੱਜ ਤੋਂ 7000 ਸਾਲ ਪਹਿਲਾਂ ਸ਼ੁਰੂ ਹੋਈ, ਆਪਾਂ ਨੂੰ ਪਤਾ ਚੱਲ ਗਿਆ। ਹੁਣ ਆਪਾਂ ਜਿਹੜੀ ਇਹਦੀ ਮੇਨ ਐਗਜ਼ੈਕਟ ਡੇਟ ਆਪਣੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਵੀ ਐਗਜ਼ੈਕਟ ਡੇਟ ਕੀ ਸੀ, ਕਹਿੰਦੇ ਅੱਜ ਤੋਂ ਲਗਭਗ 3000 BC ਦੇ ਸਮੇਂ ਦੇ ਦੌਰਾਨ ਜਿਹੜੀ ਇਹ ਘਾਟੀ ਹੈ ਇਹ ਆਪਦੇ ਪੂਰੇ ਜੋਬਨ 'ਤੇ ਸੀ, ਮਤਲਬ ਇਹ ਪੂਰੀ ਪ੍ਰਫੁੱਲਿਤ ਸੀ। ਐਗਜ਼ੈਕਟ ਜੇ ਆਪਾਂ ਟਾਈਮ ਲਾਈਨ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਟਾਈਮ ਹੈ ਉਹ 2500 BC ਤੋਂ 1750 BC ਦੇ ਨੂੰ ਮੰਨਿਆ ਗਿਆ। ਇਹ ਜਿਹੜਾ ਟਾਈਮ ਇਹਦਾ ਪਤਾ ਕਿਵੇਂ ਲੱਗਿਆ, ਇਹ ਇੱਕ ਕਾਰਬਨ 14 ਡੇਟਿੰਗ ਇੱਕ ਸਿਸਟਮ ਹੁੰਦਾ ਸਾਇੰਟੀਫਿਕ, ਉਹਦੇ ਥਰੂ ਇਹ ਪਤਾ ਕਰਦੇ ਆ ਵੀ ਕੋਈ ਚੀਜ਼ ਕਿੰਨੀ ਪੁਰਾਣੀ ਆ। ਸੋ ਇਹਦਾ ਜਿਹੜਾ ਟਾਈਮ ਪੀਰੀਅਡ ਉਹ 2500 BC ਤੋਂ 1750 BC ਮੰਨਿਆ ਗਿਆ। ਇੱਕ ਹੋਰ ਪੇਪਰ 'ਚ ਆਪਣੇ ਕੁਐਸਚਨ ਆ ਜਾਂਦਾ ਵੀ ਜਿਹੜੀ ਸਿੰਧੂ ਘਾਟੀ ਦੀ ਜਿਹੜੀ ਏਜ ਹੈ, ਠੀਕ ਹੈ, ਵੀ ਇਹ ਕਿਸ ਸਮੇਂ, ਇੱਕ ਤਾਂ ਉਹ ਤਾਂ ਇਹਦੀ ਟਾਈਮ ਲਾਈਨ ਹੋ ਗਈ ਕਿ ਸਮਾਂ ਕਿਹੜਾ ਸੀ, ਵੀ ਉਸ ਜਿਹੜਾ ਟਾਈਮ ਸੀ ਉਹਨੂੰ ਕੀ ਕਿਹਾ ਜਾਂਦਾ ਸੀ, ਉਹਨੂੰ ਬ੍ਰੌਂਜ ਏਜ ਵੀ ਮਤਲਬ ਸਬੂਤ ਮਿਲਣੇ ਸ਼ੁਰੂ ਹੋ ਗਏ। ਠੀਕ ਹੈ, ਕਿਉਂਕਿ ਆਪਾਂ ਨੂੰ ਸਿੰਧੂ ਘਾਟੀ ਦਾ ਸਬੂਤ ਮਿਲਿਆ ਨਾ, ਇਸ ਲਈ ਇਹ ਪ੍ਰੋਟੋ ਹਿਸਟੋਰਿਕ ਪੀਰੀਅਡ ਦੇ ਵਿੱਚ ਆ ਗਈ। ਸੋ ਇਹਦੇ ਵਿੱਚ ਆਪਾਂ 3 ਚੀਜ਼ਾਂ ਪੜ੍ਹਨੀਆਂ, ਇੱਕ ਤਾਂ ਵੀ ਸਿੰਧੂ ਘਾਟੀ ਦਾ ਟਾਈਮ ਕਿਹੜਾ ਸੀ 2500 BC ਤੋਂ 1750 BC, ਅਤੇ ਦੂਜੀ ਗੱਲ ਵੀ ਦੀ ਜਿਹੜਾ ਏਜ ਕਿਹੜੀ ਸੀ, ਬ੍ਰੌਂਜ ਏਜ ਜਾਂ ਚੈਲਕੋਲਿਥਿਕ ਪੀਰੀਅਡ ਅਤੇ ਜਾਂ ਫਿਰ ਪ੍ਰੋਟੋ ਹਿਸਟੋਰਿਕ ਪੀਰੀਅਡ। ਅਤੇ ਆਪਾਂ ਨੂੰ ਇਹਦਾ ਪਤਾ ਕਿਵੇਂ ਲੱਗਿਆ ਵੀ ਇਹ ਇਸ ਟਾਈਮ ਦੀ ਸੀ, ਉਹਦਾ ਆਪਾਂ ਨੂੰ ਪਤਾ ਲੱਗਦਾ ਕਾਰਬਨ 14 ਡੇਟਿੰਗ ਦੇ ਰਾਹੀਂ। ਹੁਣ ਨੈਕਸਟ ਟੌਪਿਕ ਆਪਾਂ ਇਹਦਾ ਪੜ੍ਹਨਾ ਗਾ ਵੀ ਇਹਦਾ ਵਿਸਥਾਰ, ਯਾਨੀ ਕਿ ਇਹਦੀ ਐਕਸਟੈਂਟ। ਵੀ ਆਪਾਂ ਜਿਵੇਂ ਗੱਲ ਕਰਦੇ ਹਾਂ ਵੀ ਇੱਥੇ ਸਰਹਿੰਦ ਸੀਗੀ, ਜਾਂ ਇੱਥੇ ਚੱਪੜ ਚਿੜੀ ਦੀ ਲੜਾਈ ਹੋਈ, ਜਾਂ ਭਾਈ ਫਲਾਨੀ ਜਿਹੜੀ ਚੀਜ਼ ਹੈ, ਕੋਈ ਵੀ ਆਪਾਂ ਗੱਲ ਕਰ ਲੈਂਦੇ ਹਾਂ ਵੀ ਪੁਰਾਣੇ ਟਾਈਮ ਦੇ ਵਿੱਚ ਜਿਹੜੀ ਆਹ ਚੀਜ਼ ਉਹ ਇੱਥੇ ਹੁੰਦੀ ਸੀ, ਜਾਂ ਲਾਹੌਰ ਦੀ ਗੱਲ ਕਰ ਲਓ, ਜਾਂ ਕੋਈ ਵਪਾਰਿਕ ਸੈਂਟਰ ਦੀ ਗੱਲ ਕਰ ਲਓ ਵੀ ਉਹ ਚੀਜ਼ ਕਿੱਥੇ ਸੀ। ਆਪਾਂ ਉਹ ਗੱਲਾਂ ਸੁਣੀਆਂ ਸੁਣਾਈਆਂ ਚੀਜ਼ਾਂ ਇੰਨੀਆਂ ਯਾਦ ਨਹੀਂ ਰਹਿੰਦੀਆਂ। ਜੇ ਆਪਾਂ ਨੂੰ ਉਹਦੀ ਐਗਜ਼ੈਕਟ ਲੋਕੇਸ਼ਨ ਪਤਾ ਲੱਗ ਜਾਏ, ਆਪਣੇ ਮਾਈਂਡ 'ਚ ਕਿਉਰਿਓਸਿਟੀ ਆਉਂਦੀ ਹੈ ਨਾ, ਵੀ ਜਿਵੇਂ ਸਰਹਿੰਦ ਬਾਰੇ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਰਹਿੰਦ ਦੇ ਵਜ਼ੀਰ ਨੇ ਐਂ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚੁਣਾਤਾ, ਬਟ ਉਹਦਾ ਆਪਾਂ ਨੂੰ ਇੱਦਾਂ ਨਹੀਂ ਨਾ ਪਤਾ ਲੱਗੂਗਾ ਵੀ ਸਰਹਿੰਦ ਵਾਕਈ ਕਿੱਥੇ ਸੀਗੀ। ਜੇ ਆਪਾਂ ਨੂੰ ਐਗਜ਼ੈਕਟ ਪਤਾ ਲੱਗ ਜਾਏ ਵੀ ਜਿਹੜੀ ਭਾਈ ਉਹ ਸਰਹਿੰਦ ਹੈ ਉਹ ਅੱਜ ਦੇ ਟਾਈਮ ਕਿੱਥੇ ਆ, ਤਾਂ ਆਪਾਂ ਨੂੰ ਐਗਜ਼ੈਕਟ ਯਾਦ ਰਹਿੰਦਾ ਨਾ। ਉਵੇਂ ਹੀ ਇਹਨਾਂ ਚੀਜ਼ਾਂ ਜਿਹੜੀ ਅੱਜ ਦੇ ਟਾਈਮ ਦੇ ਅਕੋਰਡਿੰਗ ਵੀ ਇਹ ਚੀਜ਼ ਦਾ ਵਿਸਥਾਰ, ਇਹਦੀ ਐਕਸਟੈਂਟ ਕਿੱਥੇ ਸੀ। ਠੀਕ ਹੈ, ਸੋ ਆਪਾਂ ਵੇਖਦੇ ਹਾਂ ਵੀ ਸਿੰਧੂ ਘਾਟੀ ਦਾ ਜਿਹੜਾ ਵਿਸਤਾਰ ਹੈ ਅੱਜ ਦੇ ਟਾਈਮ ਦੇ ਵਿੱਚ ਆਪਾਂ ਜੇ ਗੱਲ ਕਰੀਏ, ਜਿਹੜਾ ਭਾਰਤ ਦਾ ਉੱਤਰਲਾ ਹਿੱਸਾ ਹੈ, ਯਾਨੀ ਕਿ ਨਾਰਥ ਡਾਇਰੈਕਸ਼ਨ ਉੱਪਰਲੇ ਹਿੱਸੇ 'ਚ, ਜਾਂ ਪਾਕਿਸਤਾਨ ਦਾ ਮੌਜੂਦਾ ਪਾਕਿਸਤਾਨ ਦਾ ਪੱਛਮ ਵਾਲਾ ਹਿੱਸਾ, ਜਾਂ ਫਿਰ ਜਿਹੜਾ ਅਫਗਾਨਿਸਤਾਨ ਹੈ ਉਹਦੇ ਦੱਖਣ ਵਾਲਾ ਪਾਸਾ, ਸਾਊਥ ਵਾਲਾ ਪਾਸਾ, ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਜਿਹੜੀ ਇਹ ਸੱਭਿਅਤਾ ਦਾ ਵਿਸਤਾਰ ਸੀ। ਉੱਤਰੀ ਭਾਰਤ, ਪੱਛਮੀ ਪਾਕਿਸਤਾਨ ਅਤੇ ਦੱਖਣੀ ਅਫਗਾਨਿਸਤਾਨ ਦਾ ਜਿਹੜਾ ਮੌਜੂਦਾ ਇਲਾਕਾ ਹੈ, ਇਹਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਜਿਹੜੀ ਸਿੰਧੂ ਘਾਟੀ ਸੱਭਿਅਤਾ ਦਾ ਵਿਸਤਾਰ ਹੋਇਆ ਸੀ।
ਜੇ ਹੁਣ ਆਪਾਂ ਗੱਲ ਕਰੀਏ ਵੀ ਭਾਰਤ ਦੇ ਵਿੱਚ ਇਹ ਕਿਹੜੇ ਰਾਜਾਂ ਦੇ ਵਿੱਚ ਜਿਹੜੀ ਸੱਭਿਅਤਾ ਸੀਗੀ, ਇੱਕ ਤਾਂ ਹੈ ਪੰਜਾਬ ਸੂਬਾ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ ਦਾ ਕੁਛ ਹਿੱਸਾ, ਗੁਜਰਾਤ, ਪੱਛਮੀ ਯੂਪੀ ਯਾਨੀ ਕਿ ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦਾ ਉੱਤਰ ਵਾਲਾ ਪਾਸਾ, ਕੁਛ ਹਿੱਸਿਆਂ ਦੇ ਵਿੱਚ ਇਹ ਜਿਹੜੀ ਸੱਭਿਅਤਾ ਦਾ ਵਿਸਤਾਰ ਸੀ। ਜੇ ਆਪਾਂ ਇਹਦੀਆਂ ਹੱਦਾਂ ਦੀ ਗੱਲ ਕਰੀਏ ਵੀ ਸਿੰਧੂ ਘਾਟੀ ਦੀ ਜਿਹੜੀ ਹੱਦ ਹੈ ਉਹ ਕਿਹੜੀ ਕਿਹੜੀ ਸੀ, ਜੇ ਆਪਾਂ ਇਹਦੀ ਉੱਤਰ ਦੇ ਵਿੱਚ ਹੱਦ ਦੀ ਗੱਲ ਕਰੀਏ ਤਾਂ ਜਿਹੜੀ ਉੱਤਰੀ ਹੱਦ ਹੈ ਉਹ ਹੈ ਜੰਮੂ ਕਸ਼ਮੀਰ ਦੇ ਵਿੱਚ ਮੰਡਾ। ਦੱਖਣ ਦੇ ਵਿੱਚ ਜਿਹੜੀ ਹੱਦ ਹੈ ਯਾਨੀ ਕਿ ਇਹਦੀ ਸਾਊਥ ਐਕਸਟੈਂਟ ਉਹ ਹੈਗੀ ਹੈ ਦੈਮਾਬਾਦ ਮਹਾਰਾਸ਼ਟਰ ਦੇ ਵਿੱਚ। ਅਤੇ ਜੇ ਆਪਾਂ ਇਹਦੀ ਈਸਟ ਵਾਲੀ ਹੱਦ ਦੀ ਗੱਲ ਕਰੀਏ ਤਾਂ ਉਹ ਪੂਰਬ ਦੇ ਵਿੱਚ ਹੈ ਆਲਮਗੀਰਪੁਰ ਜੋ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹੈ। ਜੇ ਆਪਾਂ ਇਹਦੀ ਵੈਸਟ ਵਾਲੀ ਹੱਦ ਦੀ ਗੱਲ ਕਰੀਏ ਤਾਂ ਉਹ ਹੈਗੀ ਆ ਸਤਕਿਓ ਦਿਓਰ ਜੋ ਕਿ ਪਾਕਿਸਤਾਨ ਅਤੇ ਈਰਾਨ ਦੇ ਬਾਰਡਰ ਦੇ ਉੱਤੇ ਇੱਕ ਪਾਇਆ ਜਾਂਦਾ ਸ਼ਹਿਰ ਹੈ। ਠੀਕ ਹੈ, ਇਹ ਇਹਦੀਆਂ ਐਕਸਟੈਂਟਸ ਬਾਰੇ ਆਪਣੀ ਗੱਲ ਹੋ ਗਈ ਵੀ ਇਹਦਾ ਜਿਹੜਾ ਵਿਸਤਾਰ ਹੈ ਕਿੱਥੋਂ ਤੋਂ ਕਿੱਥੋਂ ਤੱਕ ਸੀ। ਹੁਣ ਜੇ ਆਪਾਂ ਮੇਨ ਗੱਲ ਕਰੀਏ ਵੀ ਸਿੰਧੂ ਘਾਟੀ ਬਾਰੇ ਪਤਾ ਕਿਵੇਂ ਲੱਗਿਆ, ਕੋਈ ਤਾਂ ਚੀਜ਼ ਹੋਊਗੀ ਨਾ ਜਿੱਥੋਂ ਪਤਾ ਲੱਗਿਆ ਹੋਣਾ ਵੀ ਇਹ ਘਾਟੀ ਆਈ ਕਿੱਥੇ। ਜਿਵੇਂ ਆਪਾਂ ਕਹਿੰਦੇ ਵੀ ਕਿਸੇ ਚੀਜ਼ ਦਾ ਵੀ ਉਹ ਬੰਦੇ ਨੇ ਜਾਂ ਵੀ ਆਹ ਗੱਲ ਉੱਡਦੀ ਖਬਰ ਆਈ ਹੈ ਵੀ ਉੱਥੇ ਸੋਨਾ ਪਾਇਆ ਗਿਆ ਜਾਂ ਉੱਥੇ ਕੋਲੇ ਦੀ ਖਾਨ ਲੱਭੀ ਹੈ, ਤਾਂ ਕੋਈ ਤਾਂ ਪਹਿਲਾਂ ਸਬੂਤ ਹੋਣਾ ਨਾ ਉਸ ਚੀਜ਼ ਦਾ ਲੱਭਣ ਦਾ ਵੀ ਉਹ ਕਿੱਥੋਂ ਲੱਭੀ ਆ। ਉਵੇਂ ਜਿਹੜੀ ਸਿੰਧੂ ਘਾਟੀ ਹੈ ਇਹਦੇ ਬਾਰੇ ਸਭ ਤੋਂ ਪਹਿਲਾਂ ਪਤਾ ਹੜੱਪਾ ਦਾ ਲੱਗਿਆ। ਹੜੱਪਾ ਜਿਹੜਾ ਸ਼ਹਿਰ ਸੀ ਨਾ ਉਸ ਤੋਂ ਪਤਾ ਲੱਗਿਆ, ਇਸ ਲਈ ਆਪਾਂ ਇਹਨੂੰ ਹੜੱਪਾ ਸਿਵਲਾਈਜੇਸ਼ਨ ਕਹਿੰਦੇ ਹਾਂ। ਜਿਹੜੀ ਹੜੱਪਾ ਸਿਵਲਾਈਜੇਸ਼ਨ ਹੈ ਪਾਕਿਸਤਾਨ ਦੇ ਪੰਜਾਬ 'ਚ ਪਤਾ ਲੱਗਿਆ ਇਹਦਾ। ਹੜੱਪਾ ਜਿਹੜਾ ਸ਼ਹਿਰ ਸੀ ਨਾ ਉਹ ਮੌਜੂਦਾ ਪਾਕਿਸਤਾਨ ਦੇ ਪੰਜਾਬ ਵਿੱਚ ਸੀ। ਉੱਥੋਂ ਦਾ ਜਿਹੜਾ ਜ਼ਿਲ੍ਹਾ ਉਹ ਮਿੰਟ ਗੁਮਰੀ ਦੇ ਵਿੱਚ ਸੀ। ਅਤੇ ਦੂਜਾ ਜਿਹੜਾ ਮੇਨ ਇਹਦੀ ਜਗ੍ਹਾ ਸੀਗੀ ਜਿਹਦੇ ਬਾਰੇ ਪਤਾ ਲੱਗਿਆ ਉਹ ਸੀਗੀ ਮੋਹਨਜੋਦੜੋ। ਮੋਹਨਜੋਦੜੋ ਵੀ ਪਾਕਿਸਤਾਨ ਦੇ ਵਿੱਚ ਸਿੰਧ ਸੂਬੇ 'ਚ ਪਾਈ ਜਾਂਦੀ ਹੈ, ਉੱਥੋਂ ਦੇ ਜ਼ਿਲ੍ਹੇ ਲਰਕਾਣੇ ਤੋਂ। ਤਾਂ ਇਹਨਾਂ ਜਿਹੜੇ ਦੋਵਾਂ ਸ਼ਹਿਰਾਂ ਦੀ ਜਿਹੜੀ ਖੋਜ ਹੈ ਸਿੰਧੂ ਘਾਟੀ ਦੇ ਹੜੱਪਾ ਅਤੇ ਮੋਹਨਜੋਦੜੋ ਦੀ, ਇਹ 1921-22 ਦੇ ਦੌਰਾਨ ਪਤਾ ਲੱਗਿਆ ਸੀ। ਹੁਣ ਮੇਨ ਕੁਐਸਚਨ ਹੋ ਜਾਂਦਾ ਵੀ ਹੜੱਪਾ ਦੀ ਖੋਜ ਕਿਹੜੇ ਸਾਲ ਵਿੱਚ ਹੋਈ, ਤਾਂ ਆਪਣੇ ਮਾਈਂਡ ਦੇ ਵਿੱਚ ਇਹ ਪਿੰਨ ਪੁਆਇੰਟ 'ਤੇ ਗੱਲ ਹੋਣੀ ਚਾਹੀਦੀ ਵੀ ਜਿਹੜੀ ਹੜੱਪਾ ਦੀ ਖੋਜ ਹੈ ਉਹ 1921 ਦੇ ਵਿੱਚ ਹੋਈ। ਕਈ ਵਾਰ ਕੁਐਸਚਨ ਆ ਜਾਂਦਾ ਵੀ ਹੜੱਪਾ ਦੀ ਖੋਜ ਕਰਨ ਵਾਲਾ ਜਿਹੜਾ ਆਰਕੀਓਲੋਜਿਸਟ ਸੀ, ਖੋਜਕਾਰ ਸੀ, ਉਹਦਾ ਕੀ ਨਾਮ ਸੀ, ਅਤੇ ਉਹਦਾ ਨਾਮ ਸੀਗਾ ਦਿਆਰਾਮ ਸਾਹਨੀ। ਅਤੇ ਹੜੱਪਾ ਜਿਹੜਾ ਸ਼ਹਿਰ ਆ ਉਹ ਕਿਸ ਕੰਢੇ ਆ, ਉਹ ਰਾਵੀ ਦਰਿਆ ਦੇ ਕੰਢੇ ਆ ਅਤੇ ਪਾਕਿਸਤਾਨ ਪੰਜਾਬ ਦੇ ਜ਼ਿਲ੍ਹਾ ਮਿੰਟ ਗੁਮਰੀ ਵਿੱਚ ਆ। ਠੀਕ ਹੈ, ਸੈਕਿੰਡ ਪੁਆਇੰਟ ਜਿਹੜਾ ਹੈਗਾ ਮੋਹਨਜੋਦੜੋ ਦਾ ਕਈ ਵਾਰ ਪੇਪਰ ਦੇ ਵਿੱਚ ਸ਼ਾਰਟ ਨੇਮ ਆ ਜਾਂਦਾ ਵੀ ਮੋਹਨਜੋਦੜੋ ਕਿਸ ਨਾਮ ਨਾਲ ਪ੍ਰਸਿੱਧ ਹੈ। ਇਹਨੂੰ ਮਾਊਂਟ ਆਫ ਦਾ ਡੈਡ ਜਾਣੀ ਕਿ ਮੁਰਦਿਆਂ ਦੀ ਕਬਰਿਸਤਾਨ, ਇਹਦਾ ਮਤਲਬ ਵੀ ਇਹੀ ਹੈ ਮੋਹਨਜੋਦੜੋ ਦਾ, ਇਹਨੂੰ ਮਾਊਂਟ ਆਫ ਦਾ ਡੈਡ ਕਿਹਾ ਜਾਂਦਾ। ਅਤੇ ਜਿਹੜੀ ਇਹਦੀ ਖੋਜ ਹੈ ਉਹ 1922 ਦੇ ਵਿੱਚ ਹੋਈ। ਜਿਵੇਂ ਕਿ ਜਿਹੜੀ ਹੜੱਪਾ ਦੀ ਖੋਜ 1921 ਦੇ ਵਿੱਚ ਦਿਆਰਾਮ ਸਾਹਨੀ ਨੇ ਕੀਤੀ ਹੈ, ਉਵੇਂ ਹੀ ਮੋਹਨਜੋਦੜੋ ਦੀ ਜਿਹੜੀ ਖੋਜ ਹੈ 1922 ਦੇ ਡਿਊਰਿੰਗ RD ਬੈਨਰਜੀ ਯਾਨੀ ਕਿ ਰਖਲ ਦਾਸ ਬੈਨਰਜੀ ਜਿਨ੍ਹਾਂ ਦਾ ਪੂਰਾ ਨਾਮ ਸੀ, ਉਹਨਾਂ ਨੇ ਕੀਤੀ। ਇਹ ਸਿੰਧੂ ਦਰਿਆ ਦੇ ਕੰਢੇ ਹੋਏ ਵਸਿਆ ਹੋਇਆ ਸ਼ਹਿਰ ਸੀ ਅਤੇ ਪਾਕਿਸਤਾਨ ਦੇ ਸੂਬੇ ਸਿੰਧ ਦੇ ਵਿੱਚ ਜ਼ਿਲ੍ਹੇ ਲਰਕਾਣੇ ਦੇ ਵਿੱਚ ਸੀ। ਠੀਕ ਹੈ, ਇਸ ਤੋਂ ਬਾਅਦ ਇਹਦਾ ਇੱਕ ਤੀਜਾ ਇੱਕ ਹੋਰ ਮੇਜਰ ਸ਼ਹਿਰ ਆ, ਉਹਦਾ ਨਾਮ ਹੈਗਾ ਚੂਨਦੜੋ ਵੀ ਸਿੰਧ ਦਰਿਆ ਦੇ ਕੰਢੇ ਹੀ ਵਸਿਆ ਹੋਇਆ ਸ਼ਹਿਰ ਸੀ। ਇਹ ਵੀ ਪਾਕਿਸਤਾਨ ਦੇ ਸੂਬੇ ਸਿੰਧ ਵਿੱਚ ਹੀ ਸੀ, ਪਰ ਇਹਦੀ ਖੋਜ ਹੈ ਉਹ ਕਾਫੀ ਲੇਟ ਹੋਈ ਹੈ, 8-9 ਸਾਲਾਂ ਬਾਅਦ। ਇਸ ਦੀ ਖੋਜ ਜਿਹੜੀ ਆ ਉਹ ਇੱਕ ਖੋਜਕਾਰ ਜਾਂ ਆਰਕੀਓਲੋਜਿਸਟ NG ਮਜੂਮਦਾਰ ਦੁਆਰਾ 1931 ਦੇ ਵਿੱਚ ਕੀਤੀ ਗਈ। ਠੀਕ ਹੈ, ਹੁਣ ਆਪਾਂ ਇਹਦੇ ਮਤਲਬ 3 ਜਿਹੜੇ ਮੇਨ ਸ਼ਹਿਰ ਆ ਜਿੱਥੋਂ ਇਹਨਾਂ ਦੇ ਵਿਸਤਾਰ ਦਾ ਪਤਾ ਲੱਗਣਾ ਸ਼ੁਰੂ ਹੋਇਆ ਵੀ ਕਿੱਧਰੋਂ ਤੋਂ ਕਿੱਧਰੋਂ ਤੱਕ ਗਈ ਹੋਈ ਆਪਾਂ ਪੜ੍ਹ ਲਿਆ। ਹੁਣ ਇਹ ਤਾਂ ਜਿਹੜੇ ਤਿੰਨੋਂ ਸ਼ਹਿਰ ਨੇ ਇਹਦੇ ਹੜੱਪਾ ਸਿਵਲਾਈਜੇਸ਼ਨ ਦੇ, ਇਹ ਤਿੰਨੋਂ ਪਾਕਿਸਤਾਨ ਦੇ ਵਿੱਚ ਚਲੇ ਗਏ 1947 ਤੋਂ ਬਾਅਦ। ਤਾਂ ਭਾਰਤ ਦੇ ਵਿੱਚ ਜਿਹੜੇ ਇਹਦੇ ਮੁੱਖ ਸ਼ਹਿਰ ਰਹਿ ਗਏ ਜਾਂ ਜਿਹੜੀਆਂ ਇਹਦੀਆਂ ਮੁੱਖ ਸਾਈਟ ਸੀਗੀਆਂ, ਆਪਾਂ ਉਹਨਾਂ ਦੇ ਵੀ ਨਾਮ ਕਈ ਵਾਰ ਪੇਪਰ ਦੇ ਵਿੱਚ ਪੁੱਛ ਲਏ ਜਾਂਦੇ ਆ, ਉਹਨਾਂ ਬਾਰੇ ਪੜ੍ਹ ਲੈਂਦੇ ਹਾਂ। ਸਭ ਤੋਂ ਪਹਿਲਾ ਜਿਹੜਾ ਮੇਨ ਸ਼ਹਿਰ ਆ ਉਹ ਹੈਗਾ ਲੋਥਲ ਜਿਹੜਾ ਸ਼ਹਿਰ ਹੈ ਇਹ ਦਰਿਆ ਭਗਾਵਾ ਦੇ ਉੱਤੇ ਆ। ਦੇਖੋ ਹਰ ਸ਼ਹਿਰ ਕਿਸੇ ਨਾ ਕਿਸੇ ਦਰਿਆ ਦੇ ਉੱਤੇ ਵਸਿਆ ਹੋਇਆ। ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਇਹ ਜਿਹੜੀਆਂ ਸੱਭਿਅਤਾ ਸੀਗੀਆਂ ਪੁਰਾਣੀਆਂ, ਇਹਨਾਂ ਕੋਲ ਐਡਾ ਕੋਈ ਡਿਵੈਲਪ ਜਿਹੜਾ ਆਵਾਜਾਈ ਦਾ ਸਾਧਨ ਵੀ ਨਹੀਂ ਸੀਗਾ ਅਤੇ ਕੋਈ ਇਹਨਾਂ ਸੜਕਾਂ ਵੀ ਇੰਨੀਆਂ ਡਿਵੈਲਪ ਨਹੀਂ ਸੀ। ਸੜਕਾਂ ਤਾਂ ਅਜੇ ਤੱਕ ਨਹੀਂ ਆਪਾਂ ਵੇਖ ਰਹੇ, ਇਹ ਵੀ ਬਣੀਆਂ ਨਹੀਂ, ਅਤੇ ਉਦੋਂ ਕਿੱਥੋਂ ਬਣੀਆਂ ਹੋਣਗੀਆਂ। ਅੱਜ ਤੋਂ ਘੱਟੋ ਘੱਟ 8-10 ਹਜ਼ਾਰ ਸਾਲ ਤੋਂ ਤੁਸੀਂ ਪਿੱਛੇ ਇਮੈਜਿਨ ਕਰਕੇ ਦੇਖੋ ਵੀ ਦੁਨੀਆ ਕਿੱਦਾਂ ਦੀ ਹੋਏਗੀ, ਹੈ ਨਾ। ਤਾਂ ਫਿਰ ਉਦੋਂ ਕੋਈ ਸੜਕਾਂ ਦਾ ਕੋਈ ਐਡਾ ਹੈ ਨਹੀਂ ਸੀਗਾ, ਅਤੇ ਇਸ ਲਈ ਜਿਹੜੀਆਂ ਮੋਸਟਲੀ ਜਿਹੜੇ ਇਹਨਾਂ ਦੇ ਸ਼ਹਿਰ ਵੀ ਹੁੰਦੇ ਸੀ ਨਾ ਉਹ ਵੀ ਦਰਿਆ ਦੇ ਨੇੜੇ ਤੇੜੇ ਹੀ ਇਹਨਾਂ ਦੇ ਵਸੇ। ਬਸ ਜਸਟ ਵਿਸਤਾਰ ਸੀ ਵੀ ਦਰਿਆ ਤੋਂ ਦਰਿਆ ਹੀ ਇੱਕ ਦੂਜੇ ਦੇ ਕੋਲ ਪਹੁੰਚਦੇ ਸੀ। ਮਤਲਬ ਸਾਰੇ ਲੋਕ ਤਾਂ ਅੱਜ ਵੀ ਨਹੀਂ ਦੁਨੀਆ ਵੇਖਦੇ, ਕੁਛ ਕੁ ਲੋਕ ਜਿਹੜੇ ਇਹਨਾਂ ਦੇ ਵਪਾਰੀ ਹੋਣਗੇ, ਥੋੜ੍ਹੇ ਬਹੁਤ ਇਹਨਾਂ ਦੇ ਲੀਡਰ ਹੋਣਗੇ, ਉਹ ਟਰੈਵਲ ਕਰਦੇ ਸੀ ਅਤੇ ਦਰਿਆਵਾਂ ਦੇ ਥਰੂ ਹੀ ਕਰਦੇ ਸੀ। ਸੋ ਆਪਾਂ ਗੱਲ ਕਰਦੇ ਹਾਂ ਵੀ ਭਾਰਤ ਦੇ ਵਿੱਚ ਇਹਦੇ ਕਿੱਥੇ ਕਿੱਥੇ ਸਾਈਟ ਸੀਗੀਆਂ, ਇਹਦੇ ਸਥਾਨ ਕਿੱਥੇ ਕਿੱਥੇ ਸੀਗੇ।
ਲੋਥਲ ਜਿਹੜੀ ਕਿ ਦਰਿਆ ਭਗਾਵਾ ਦੇ ਉੱਤੇ ਆ, ਇਹ ਗੁਜਰਾਤ ਦੇ ਵਿੱਚ ਹੈ। ਇਹ ਇਹਨਾਂ ਦਾ ਮੁੱਖ ਪੋਰਟ ਸਿਟੀ ਸੀ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਬੰਦਰਗਾਹ ਕਹਿ ਦਿੰਦੇ ਹਾਂ। ਠੀਕ ਹੈ, ਇੱਕ ਹੁੰਦੀ ਮੁੱਖ ਬੰਦਰਗਾਹ ਸੀ। ਉਸ ਤੋਂ ਬਾਅਦ ਦੂਸਰਾ ਸ਼ਹਿਰ ਆਉਂਦਾ ਕਾਲੀਬੰਗਾ। ਕਾਲੀਬੰਗਾ ਅੱਜ ਦੇ ਟਾਈਮ ਰਾਜਸਥਾਨ ਦੇ ਵਿੱਚ ਇੱਕ ਸਾਈਟ ਹੈ। ਠੀਕ ਹੈ, ਇੱਥੇ ਆਰਕੀਓਲੋਜੀ ਮਿਊਜ਼ੀਅਮ ਵੀ ਬਣਿਆ ਹੋਇਆ ਇਸ ਸਾਈਡ ਹੜੱਪਾ ਸਿਵਲਾਈਜੇਸ਼ਨ ਦਾ, ਅਤੇ ਇਹ ਦਰਿਆ ਘੱਗਰ ਦੇ ਉੱਤੇ ਆ। ਹੁਣ ਇਹ ਨਾ ਸੋਚ ਲਓ ਵੀ ਘੱਗਰ ਤਾਂ ਪੰਜਾਬ 'ਚ ਵੀ ਲੰਘਦੀ ਹੈ, ਹਰਿਆਣੇ 'ਚ ਵੀ ਇੱਥੇ ਆ ਜਾਂ ਇੱਥੇ ਆ। ਦਰਿਆ ਕਦੇ ਵੀ ਇੱਕੋ ਥਾਂ 'ਤੇ ਨਹੀਂ ਹੁੰਦੇ। ਦਰਿਆ ਪਹਾੜਾਂ ਤੋਂ ਬਹੁਤ ਦੂਰ ਤੋਂ ਸ਼ੁਰੂ ਹੋ ਜਾਂਦੇ ਅਤੇ ਬਹੁਤ ਦੂਰ ਤੱਕ ਚਲੇ ਜਾਂਦੇ ਆ ਅਤੇ ਖ਼ਤਮ ਵੀ ਹੋ ਜਾਂਦੇ ਆ ਅਤੇ ਕਈ ਵਾਰ ਸਮੁੰਦਰਾਂ ਤੱਕ ਵੀ ਪਹੁੰਚ ਜਾਂਦੇ ਆ। ਤੀਜੀ ਜਿਹੜੀ ਮੇਨ ਸਾਈਟ ਉਹ ਹੈਗੀ ਹੈ ਬਾਨਾਵਾਲੀ। ਬਾਨਾਵਾਲੀ ਵੀ ਦਰਿਆ ਘੱਗਰ ਦੇ ਉੱਤੇ ਆ, ਬਟ ਇਹ ਹਰਿਆਣੇ 'ਚ ਹੈ। ਚੌਥਾ ਇੱਕ ਹੋਰ ਮੇਜਰ ਸ਼ਹਿਰ ਆਉਂਦਾ, ਉਹ ਹੈਗਾ ਧੌਲਾਵੀਰਾ। ਧੌਲਾਵੀਰਾ ਦਰਿਆ ਲੂਣੀ ਦੇ ਉੱਤੇ ਗੁਜਰਾਤ ਸਟੇਟ ਦੇ ਵਿੱਚ ਹੈ। ਠੀਕ ਹੈ, ਸੋ ਇਹ ਤਾਂ ਸੀਗੀਆਂ ਜਿਹੜੀਆਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਜਿਹੜੀਆਂ ਇਹਦੀਆਂ ਮੁੱਖ ਸਥਾਨ ਸੀਗੇ। ਹੁਣ ਆਪਾਂ ਇਹਦੇ ਪੰਜਾਬ ਦੇ ਵਿੱਚ ਵੀ ਤਾਂ ਆਪਾਂ ਪੜ੍ਹਿਆ ਨਾ ਵੀ ਇਹ ਪੰਜਾਬ ਦੇ ਵਿੱਚ ਵੀ ਪਾਈ ਗਈ ਹੈ। ਪੰਜਾਬ ਦੇ ਵਿੱਚ ਇਹ ਕਿੱਥੇ ਕਿੱਥੇ ਪਾਈ ਗਈ ਆਪਾਂ ਇਹਦੇ ਬਾਰੇ ਦੇਖ ਲੈਂਦੇ ਹਾਂ। ਜਿਵੇਂ ਕਿ ਪਹਿਲਾਂ ਤਾਂ ਜ਼ਿਲ੍ਹੇ ਰੋਪੜ ਦੇ ਵਿੱਚ ਹੀ ਆਉਂਦਾ ਕੋਟਲਾ ਨਿਹੰਗ ਖਾਂ, ਤੁਸੀਂ ਨਾਮ ਸੁਣਿਆ ਹੋਣਾ ਸਾਰਿਆਂ ਨੇ। ਇਸ ਸ਼ਹਿਰ ਦੇ ਵਿੱਚ ਵੀ ਇਹਦੇ ਮਿਲੇ ਆ ਸਬੂਤ ਵੀ, ਇੱਥੇ ਕੋਈ ਸੱਭਿਅਤਾ ਇਸ ਨਾਮ ਦੀ ਸੀ। ਦੂਜਾ ਜਿਹੜਾ ਮੇਨ ਸ਼ਹਿਰ ਆਉਂਦਾ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਸੁੰਨਤ ਨਾਮ ਦੀ ਜਗ੍ਹਾ ਉੱਥੇ ਪਾਈ ਗਈ ਹੈ। ਇੱਕ ਜ਼ਿਲ੍ਹਾ ਸੰਗਰੂਰ ਦੇ ਵਿੱਚ ਰੋਹੇੜਾ ਨਾਮ ਦੀ ਕੋਈ ਜਗ੍ਹਾ ਉੱਥੇ ਪਾਈ ਗਈ ਹੈ। ਅਤੇ ਚੌਥੀ ਹੈਗੀ ਆ ਬਹੁਤ ਇੰਪੋਰਟੈਂਟ, ਇਹ ਹੈਗੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸੰਘੋਲ। ਪਿੰਡ ਕਹਿ ਲਓ ਜਾਂ ਸ਼ਹਿਰ ਕਹਿ ਲਓ, ਅੱਜ ਦੇ ਟਾਈਮ ਤਾਂ ਪਿੰਡ ਹੀ ਹੈ, ਉਸ ਟਾਈਮ ਇਹਨਾਂ ਦੇ ਅਕੋਰਡਿੰਗ ਸ਼ਹਿਰ ਸੀਗਾ। ਅਤੇ ਸੰਘੋਲ ਦੇ ਵਿੱਚ ਹੈ। ਸੰਘੋਲ ਨੂੰ ਉੱਚਾ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਅਤੇ ਕਈ ਵਾਰ ਪੇਪਰ 'ਚ ਕੁਐਸਚਨ ਵੀ ਆ ਜਾਂਦਾ ਵੀ ਉੱਚਾ ਪਿੰਡ ਕਿਹੜਾ ਪੰਜਾਬ ਦਾ, ਤਾਂ ਸੰਘੋਲ ਹੈ। ਅਤੇ ਇਹਦਾ ਇਹ ਵੀ ਆ ਜਾਂਦਾ ਵੀ ਕਿਹੜੇ ਡਿਸਟ੍ਰਿਕਟ 'ਚ ਪਾਇਆ ਜਾਂਦਾ, ਕਨਫਿਊਜ਼ ਨਹੀਂ ਹੋਣਾ। ਇਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੀ ਆਉਂਦਾ। ਬੇਸ਼ੱਕ ਇਹ ਫਤਿਹਗੜ੍ਹ ਸਾਹਿਬ ਰੋਪੜ ਦੇ ਨੇੜੇ ਆ, ਬਟ ਫਿਰ ਪਰ ਇਹਦੀ ਹੱਦ ਜਿਹੜੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੀ ਹੈ। ਠੀਕ ਹੈ, ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੀ ਪਾਇਆ ਜਾਂਦਾ। ਇੱਥੇ ਇੱਕ ਮਿਊਜ਼ੀਅਮ ਵੀ ਬਣਿਆ ਹੋਇਆ, ਰੋਪੜ ਦੇ ਵਿੱਚ ਵੀ ਬਣਿਆ ਹੋਇਆ ਅਤੇ ਸੰਘੋਲ ਦੇ ਵਿੱਚ ਵੀ ਬਣਿਆ ਹੋਇਆ, ਜਿੱਥੇ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਵੀ ਇੱਥੋਂ ਚੀਜ਼ਾਂ ਲੱਭੀਆਂ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ ਆਪਣੇ ਵੇਖਣ ਦੇ ਲਈ। ਹੁਣ ਇੱਕ ਦੋ ਕੀ ਪੁਆਇੰਟ ਹੈ ਵੀ ਜਿਹੜੀ ਇਹਦੀ ਸਭ ਤੋਂ ਵੱਡੀ ਜਗ੍ਹਾ ਹੜੱਪਾ ਸਿਵਲਾਈਜੇਸ਼ਨ ਦੀ ਕਿਹੜੀ ਹੈ। ਇਹਦੀ ਜਿਹੜੀ ਸਭ ਤੋਂ ਵੱਡੀ ਜਗ੍ਹਾ ਪੁਰਾਣੇ ਟਾਈਮਾਂ ਦੇ ਅਕੋਰਡਿੰਗ ਜਦੋਂ ਇਹਦੀ ਸਭ ਤੋਂ ਪਹਿਲਾਂ ਇਹਦੇ ਅਵਸ਼ੇਸ਼ ਮਿਲੇ ਆ, ਉਸ ਦੇ ਅਕੋਰਡਿੰਗ ਜਿਹੜੀ ਇਹਦੀ ਪੁਰਾਣੀ ਜਿਹੜੀ ਜਗ੍ਹਾ ਉਹ ਤਾਂ ਹੈਗੀ ਆ ਮੋਹਨਜੋਦੜੋ, ਜਿਹੜੀ ਕਿ ਪਾਕਿਸਤਾਨ 'ਚ ਹੈ। ਬਟ 2014 ਦੇ ਵਿੱਚ ਨਾ ਇਹਦੀ ਇੱਕ ਨਵੀਂ ਸਾਈਟ ਲੱਭੀ ਹੈ ਜੋ ਕਿ ਆਪਣੇ ਇੰਡੀਆ ਦੇ ਵਿੱਚ ਹੈ। ਇੰਡੀਆ ਦੀ ਜਿਹੜੀ ਸਟੇਟ ਹੈ ਹਰਿਆਣਾ ਦੇ ਵਿੱਚ ਮਿਲੀ ਹੈ ਅਤੇ ਉਹਦਾ ਸਾਈਟ ਦਾ ਨਾਮ ਹੈਗਾ ਰਾਖੀਗੜ੍ਹੀ। ਠੀਕ ਹੈ, ਸੋ ਜਿਹੜੀ ਹੁਣ ਅੱਜ ਦੇ ਅਕੋਰਡਿੰਗ ਜਿਹਦੀ ਸਭ ਤੋਂ ਵੱਡੀ ਆਪਾਂ ਸਾਈਟ ਦੀ ਗੱਲ ਕਰੀਏ ਵੀ ਜਿੱਥੇ ਜਿਹੜੀ ਦਾ ਸਭ ਤੋਂ ਜ਼ਿਆਦਾ ਏਰੀਆ ਹੈ ਤਾਂ ਉਹ ਹੈਗੀ ਆ ਰਾਖੀਗੜ੍ਹੀ। ਰਾਖੀਗੜ੍ਹੀ ਹਰਿਆਣੇ ਦੇ ਵਿੱਚ ਪਾਈ ਜਾਂਦੀ ਹੈ। ਹੁਣ ਆਪਾਂ ਕਵਰ ਕਰ ਲਿਆ ਵੀ ਇਹ ਕਿੱਥੋਂ ਕਦੋਂ ਸ਼ੁਰੂ ਹੋਈ, ਕੀ ਇਹਦੀ ਟਾਈਮਲਾਈਨ ਹੈ, ਕਿੱਥੇ ਤੱਕ ਇਹਦਾ ਵਿਸਤਾਰ ਸੀ, ਇਹਦੀ ਐਕਸਟੈਂਟ ਸੀ, ਕੀ ਇਹਦੇ ਸ਼ਹਿਰ ਸੀ, ਕੀ ਇਹਦੇ ਜੋ ਇੱਥੋਂ ਤੱਕ ਵੀ ਇਹ ਵਸੀ ਸੀਗੀ, ਆਪਾਂ ਇਹ ਸਭ ਕੁਛ ਪੜ੍ਹ ਲਿਆ। ਹੁਣ ਆਪਾਂ ਮੇਨ ਜਿਹੜੀ ਚੀਜ਼ ਆ ਉਹ ਆਪਣੇ ਪੇਪਰ 'ਚ ਆਉਂਦੀ ਹੈ ਵੀ ਇਹਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਸੀ, ਵੀ ਐਡਾ ਇਹਦੇ ਵਿੱਚ ਕੀ ਸੀ ਜਿਹੜਾ ਆਪਾਂ ਇਹਨੂੰ ਪੜ੍ਹਨ ਦੀ ਲੋੜ ਮਹਿਸੂਸ ਕਰਦੇ ਹਾਂ, ਵੀ ਇਹਦੇ ਮੇਨ ਫੀਚਰਸ ਕੀ ਸੀਗੇ, ਇਹਦੀ ਕੀ ਦੇਣ ਹੈ। ਜੇ ਆਪਾਂ ਇਹਨੂੰ ਅੱਜ ਲੱਭਿਆ ਵੀ ਇਹਦੇ ਤੋਂ ਆਪਾਂ ਕੀ ਸਿੱਖਿਆ, ਸਭ ਤੋਂ ਮੇਨ ਪੁਆਇੰਟ ਜਿਹੜਾ ਇਹਦੀ ਕੁਆਲਿਟੀ ਹੈ, ਇਹਦਾ ਮੇਨ ਫੀਚਰ ਹੈ ਉਹ ਹੈਗੀ ਹੈ ਇਸ ਸੱਭਿਅਤਾ ਦੀ ਟਾਊਨ ਦੀ ਜਿਹੜੀ ਪਲੈਨਿੰਗ ਹੈ, ਵਿਉਂਤਬੰਦੀ, ਇਹਦਾ ਨਕਸ਼ਾ, ਇਹਦਾ ਆਰਕੀਟੈਕਚਰ ਵੀ। ਕਿਉਂਕਿ ਇਸ ਜਿਹੜੀ ਜਿੰਨੇ ਵੀ ਇਹਨਾਂ ਦੇ ਸ਼ਹਿਰ ਮਿਲੇ ਆ ਉਹ ਲਗਭਗ ਸਾਰਿਆਂ ਦਾ ਸੇਮ ਹੀ ਪੈਟਰਨ ਸੀ, ਸਾਰਿਆਂ ਦੀ ਸੇਮ ਵਿਉਂਤਬੰਦੀ ਸੀ, ਸਭ ਦੀ ਗ੍ਰਿਡ ਪੈਟਰਨ 'ਤੇ ਚੰਗੀ ਤਰ੍ਹਾਂ ਬਣਿਆ ਹੋਇਆ ਸੀ। ਇੱਕ ਇਹਨਾਂ ਦੀ ਮੇਨ ਸੜਕ ਹੁੰਦੀ ਸੀ, ਇੱਕ ਪਿਛਲੇ ਬੈਕਡੋਰ ਦੇ ਲਈ ਛੋਟੀ ਸੜਕ ਹੁੰਦੀ ਸੀ, ਫਿਰ ਸਾਰੀਆਂ ਜਿਹੜੀਆਂ ਸੜਕਾਂ ਸੀ ਇੱਕ ਦੂਜੇ ਨੂੰ ਚੁਰਾਹਿਆਂ 'ਤੇ ਕੱਟਦੀਆਂ ਸੀ 90 ਡਿਗਰੀ ਦੇ ਐਂਗਲ ਦੇ ਉੱਤੇ। ਇਹਦਾ ਪੂਰਾ ਇੱਕ ਬਹੁਤ ਵਧੀਆ ਪੈਟਰਨ ਸੀ ਜਿਹਨੂੰ ਲੋਕਾਂ ਨੂੰ ਜਾਂ ਸਾਇੰਟਿਸਟ ਨੂੰ, ਆਰਕੀਓਲੋਜਿਸਟ ਨੂੰ ਇਸ ਚੀਜ਼ ਨੇ ਮੇਨ ਪ੍ਰਭਾਵਿਤ ਕੀਤਾ। ਅਤੇ ਇਹੀ ਚੀਜ਼ ਜਦੋਂ ਉਹਨਾਂ ਨੂੰ ਜਗ੍ਹਾ ਜਗ੍ਹਾ ਮਿਲੀ, ਜਿੰਨੀਆਂ ਵੀ ਇਹਦੀਆਂ ਸਾਈਟਸ ਸੀਗੀਆਂ ਉੱਥੇ ਉਹਨਾਂ ਨੂੰ ਮੇਨ ਪੈਟਰਨ ਇਹੀ ਮਿਲਿਆ, ਜਿਹਦੇ ਤੋਂ ਇਹ ਪਤਾ ਲੱਗਿਆ ਵੀ ਜਿਹੜੀਆਂ ਵੀ ਇਹ ਸਾਈਟਸ ਨੇ ਹੜੱਪਾ ਸਿਵਲਾਈਜੇਸ਼ਨ ਦੇ ਨਾਲ ਹੀ ਰਿਲੇਟਡ ਨੇ। ਸੋ ਇਹਦਾ ਜਿਹੜਾ ਮੇਨ ਪਤਾ ਵੀ ਇਸੇ ਕਰਕੇ ਲੱਗਿਆ ਵੀ ਜ਼ਰੂਰੀ ਨਹੀਂ ਹੈ ਵੀ ਜਿਵੇਂ ਲੋਥਲ 'ਚ ਵੇਖਿਆ ਉਹਨਾਂ ਨੇ ਫਿਰ ਕਾਲੀਬੰਗਾ ਕਿੱਥੇ ਜਾ ਕੇ ਹੈ, ਬਾਨਾਵਾਲੀ ਕਿੱਥੇ ਹੈ, ਰੋਪੜ ਵਾਲੀ ਜਗ੍ਹਾ ਕਿੱਥੇ ਹੈ, ਵੀ ਇੰਨੀ ਦੂਰ ਕਿਵੇਂ ਲੱਭਿਆ, ਕਿਉਂਕਿ ਉਹਨਾਂ ਨੇ ਸਾਰਿਆਂ ਨੇ ਵੇਖਿਆ ਵੀ ਇਹਨਾਂ ਸਾਰਿਆਂ ਦਾ ਜਿਹੜਾ ਗ੍ਰਿਡ ਪੈਟਰਨ ਹੈ, ਜਿਹੜਾ ਇਹਨਾਂ ਦੇ ਸ਼ਹਿਰਾਂ ਦਾ ਜਿਹੜਾ ਨਕਸ਼ਾ ਉਹ ਇੱਕੋ ਜਿਹਾ ਸੀ। ਤਾਂ ਉਹਨਾਂ ਨੇ ਇਹਨਾਂ ਨੂੰ ਰਿਲੇਟ ਕੀਤਾ ਵੀ ਭਾਈ ਇਹ ਸਾਰੀਆਂ ਇੱਕੋ ਟਾਈਮ ਦੀਆਂ ਅਤੇ ਹੜੱਪਾ ਸਿਵਲਾਈਜੇਸ਼ਨ 'ਤੇ ਰਿਲੇਟਡ ਹੀ ਹੈ, ਉਸੇ ਦੇ ਮੁੱਖ ਸ਼ਹਿਰ ਨੇ। ਠੀਕ ਹੈ, ਜਿਵੇਂ ਕਿ ਅੱਜ ਦੇ ਪਿੰਡਾਂ ਦੇ ਫਰਜ਼ ਕਰੋ ਕੋਈ ਹੜ੍ਹ ਆ ਜਾਏ, ਕੁਛ ਆ ਜਾਏ, ਸਾਰੇ ਪਿੰਡ ਉਹ ਹੋ ਜਾਣ, ਅਤੇ ਅੱਜ ਦੇ ਪਿੰਡਾਂ ਦਾ ਕੋਈ ਐਡਾ ਯੂਨੀਕ ਪੈਟਰਨ ਨਹੀਂ ਹੈ, ਕੋਈ ਪਤਾ ਨਹੀਂ ਲੱਗੂਗਾ। ਬਟ ਜਿਹੜੇ ਉਦੋਂ ਦੇ ਲੋਕ ਸੀਗੇ ਬਹੁਤ ਐਡਵਾਂਸ ਸੀਗੇ ਆਪਦੇ ਸਮੇਂ ਦੇ ਨਾਲੋਂ। ਜਿਹੜੀ ਇਹ ਸੱਭਿਅਤਾ ਸਾਰੀਆਂ ਇਹ ਅਰਬਨ ਨੇ,
ਜਾਣੀ ਕਿ ਸ਼ਹਿਰੀ ਸੱਭਿਅਤਾਵਾਂ ਨੇ ਪੂਰੀਆਂ ਵੈਲ ਪਲੈਨਿੰਗ ਦੇ ਨਾਲ ਹੈ। ਇਸ ਟਾਊਨ ਪਲੈਨਿੰਗ ਤੋਂ ਹੀ ਆਪਾਂ ਨੂੰ ਇਹਨਾਂ ਬਾਰੇ ਪਤਾ ਚੱਲਿਆ। ਸੋ ਜਿਹੜੀ ਇੱਕ ਮੇਨ ਗੱਲ ਇਹਨਾਂ ਦੇ ਵਿੱਚ ਹੋਰ ਸੀਗੀ ਵੀ ਜਿੰਨੇ ਵੀ ਇਹਨਾਂ ਦੇ ਸ਼ਹਿਰ ਸੀ ਉਹਨਾਂ ਨੂੰ 2 ਪਾਰਟਸ ਦੇ ਵਿੱਚ ਵੰਡਿਆ ਹੋਇਆ ਸੀ, ਅਪਰ ਪਾਰਟ ਅਤੇ ਲੋਅਰ ਪਾਰਟ, ਜਾਣੀ ਕਿ ਉੱਪਰਲਾ ਹਿੱਸਾ ਅਤੇ ਹੇਠਲਾ ਹਿੱਸਾ। ਜਿਹੜਾ ਉੱਪਰਲਾ ਪਾਰਟ ਸੀ ਥੋੜ੍ਹਾ ਉੱਚਾ ਹੁੰਦਾ ਸੀ, ਇਹਦੇ ਆਲੇ ਦੁਆਲੇ ਜਿਹੜੀ ਘੇਰਾਬੰਦੀ ਕਰੀ ਗਈ ਸੀ, ਜਿਹਨੂੰ ਆਪਾਂ ਕਹਿੰਦੇ ਫੋਰਟੀਫਾਈਡ ਕਰਨਾ, ਮਤਲਬ ਕਿਲ੍ਹੇਬੰਦੀ ਕਰ ਦੇਣਾ, ਹੈ ਨਾ। ਅੱਜ ਦੇ ਟਾਈਮ 'ਚ ਹੀ ਜਿਵੇਂ ਥੋੜ੍ਹੇ ਜਿਹੜੇ ਅਮੀਰ ਲੋਕ ਉਹ ਸ਼ਹਿਰਾਂ ਦੇ ਮਤਲਬ ਸ਼ਹਿਰਾਂ ਪਿੰਡਾਂ ਦੇ ਵਿੱਚ ਬੈਠੇ ਆ, ਜਿਹੜੇ ਥੋੜ੍ਹੇ ਗਰੀਬ ਲੋਕ ਨੇ ਉਹ ਥੋੜ੍ਹੇ ਸ਼ਹਿਰਾਂ ਤੋਂ ਬਾਹਰ ਬੈਠੇ ਨੇ, ਝੁੱਗੀਆਂ ਝੌਂਪੜੀਆਂ ਵਾਲੇ ਲਾ ਲਓ ਜਾਂ ਕਿਤੇ ਵੀ ਜਿਹਨਾਂ ਨੂੰ ਕੋਈ ਨਹੀਂ। ਉਵੇਂ ਹੀ ਉਦੋਂ ਟਾਈਮ ਦੇ ਵਿੱਚ ਸੀ ਜਿਹੜੀ ਇਕਨੋਮਿਕ ਜਿਹੜਾ ਡਿਵਾਈਡ ਸੀ, ਲੋਕਾਂ ਦੇ ਵਿੱਚ ਆਰਥਿਕ ਗੈਪ ਸੀ, ਉਹ ਤਾਂ ਸਮਿਆਂ ਤੋਂ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ। ਉਵੇਂ ਹੀ ਹੜੱਪਾ ਸਿਵਲਾਈਜੇਸ਼ਨ ਦੇ ਟਾਈਮ 'ਚ ਵੀ ਸੀਗਾ। ਜਿਹੜੇ ਅਮੀਰ ਲੋਕ ਸੀ ਉਹ ਉੱਪਰਲੇ ਹਿੱਸੇ ਜਾਣੀ ਕਿ ਥੋੜ੍ਹਾ ਉੱਚੇ ਹਿੱਸੇ 'ਚ ਰਹਿੰਦੇ ਸੀ, ਉੱਥੇ ਹੀ ਜ਼ਿਆਦਾ ਇੰਪੋਰਟੈਂਟ ਬਿਲਡਿੰਗਾਂ ਸੀਗੀਆਂ ਇਹਨਾਂ ਦੀਆਂ, ਅਸੈਂਬਲੀ ਹਾਲ ਹੋ ਗਏ, ਇਹਨਾਂ ਦੇ ਗੋਦਾਮ ਹੋ ਗਏ, ਕੋਈ ਹੋਰ ਇਹਨਾਂ ਦੀ ਜਿੰਨੀ ਵੀ ਇੰਪੋਰਟੈਂਟ ਬਿਲਡਿੰਗਸ ਹੋਣਗੀਆਂ। ਜਿਹੜਾ ਹੇਠਲਾ ਹਿੱਸਾ ਸੀ ਉੱਥੇ ਜਿਹੜੇ ਆਮ ਲੋਕ ਸੀ ਵਿਚਾਰੇ, ਉਹਨਾਂ ਦੀ ਜਿਹੜੀ ਰਿਹਾਇਸ਼ ਸੀ, ਚਲੋ ਵਿਚਾਰੇ ਤਾਂ ਕਿਉਂ ਕਹਿਣਾ, ਆਮ ਬੰਦਾ ਵੀ ਬਹੁਤ ਪਾਵਰਫੁੱਲ ਹੈ। ਜਿਹੜੇ ਆਮ ਲੋਕ ਸੀ ਉਹ ਸ਼ਾਇਦ ਥੋੜ੍ਹਾ ਜਿਹਾ ਦੂਰ ਰਹਿੰਦੇ ਸੀਗੇ ਅਤੇ ਬਾਹਰ ਰਹਿੰਦੇ ਸੀ। ਜਾਣੀ ਕਿ ਸੜਕਾਂ ਦਾ ਮੈਂ ਤੁਹਾਨੂੰ ਦੱਸਤਾ ਵੀ ਜਿੰਨੀਆਂ ਵੀ ਸੜਕਾਂ ਸੀਗੀਆਂ ਸਾਰੀਆਂ ਇੱਕੋ ਸਿੱਧੀਆਂ ਜਾਂਦੀਆਂ ਸੀ ਅਤੇ ਇੱਕ ਦੂਜੇ ਨੂੰ 90 ਡਿਗਰੀ ਦੇ ਕੋਣਾਂ 'ਤੇ ਕੱਟਦੀਆਂ ਸੀ। ਹਰੇਕ ਘਰ ਦਾ ਇੱਕ ਮੂਹਰਲਾ ਦਰਵਾਜ਼ਾ ਅਤੇ ਇੱਕ ਪਿਛਲਾ ਦਰਵਾਜ਼ਾ ਹੁੰਦਾ ਸੀ, ਯਾਨੀ ਕਿ ਇੱਕ ਮੇਨ ਗੇਟ ਔਰ ਇੱਕ ਬੈਕ ਡੋਰ। ਸਾਰੇ ਘਰ ਪੱਕੇ ਬਣੇ ਹੋਏ ਸੀ। ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਵੀ ਇਹਨਾਂ ਦੇ ਘਰ ਕਿੱਦਾਂ ਦੇ ਬਣੇ ਹੋਏ ਸੀ, ਪੱਕੀਆਂ ਇੱਟਾਂ ਦੇ ਸੀ ਜਾਂ ਕੱਚੀਆਂ ਦੇ। ਤਾਂ ਤੁਸੀਂ ਯਾਦ ਰੱਖਣਾ ਵੀ ਜਿੰਨੇ ਵੀ ਘਰ ਸੀ ਸਾਰੇ ਪੱਕੀਆਂ ਇੱਟਾਂ ਦੇ ਬਣੇ ਹੋਏ ਸੀ। ਅਤੇ ਇੱਕ ਮੋਸਟ ਇੰਪੋਰਟੈਂਟ ਫੀਚਰ, ਹਰ ਘਰ ਦੇ ਵਿੱਚ ਆਪਣਾ ਵਿਹੜਾ ਸੀ, ਕੋਰਟਯਾਰਡ ਸੀਗਾ ਅਤੇ ਆਪਣਾ ਖੂਹ ਹੁੰਦਾ ਸੀ। ਹਰ ਘਰ ਦੇ ਵਿੱਚ ਇੱਕ ਵੈੱਲ ਹੁੰਦਾ ਸੀ ਆਪਦੀ ਪਾਣੀ ਦੀਆਂ ਨੀਡਸ ਨੂੰ ਵੀ ਪੂਰੀਆਂ ਕਰਨ ਲਈ। ਇੱਕ ਮੇਨ ਫੀਚਰ ਜਿਹੜਾ ਅੱਜ ਦੇ ਟਾਈਮ 'ਚ ਵੀ ਅਜੇ ਇੰਨਾ ਅੱਛਾ ਨਹੀਂ ਹੈ, ਇਹਨਾਂ ਦਾ ਸੀਵਰੇਜ ਸਿਸਟਮ ਸੀ। ਇਹਨਾਂ ਦੀਆਂ ਨਾਲੀਆਂ ਦਾ ਜਿਹੜਾ ਪ੍ਰਬੰਧ ਸੀ ਨਾ ਉਹ ਬਹੁਤ ਹੀ ਜ਼ਿਆਦਾ ਮਤਲਬ ਪ੍ਰੇਜ਼ਫੁੱਲ ਸੀਗਾ, ਸ਼ਲਾਘਾਯੋਗ ਸੀਗਾ। ਜਿਹੜੀਆਂ ਨਿੱਕੀਆਂ ਨਾਲੀਆਂ ਸੀ ਉਹ ਵੱਡੀਆਂ ਦੇ ਨਾਲ ਕਨੈਕਟਡ ਸੀ, ਜਿਹੜੀਆਂ ਵੱਡੀਆਂ ਨਾਲੀਆਂ ਇੱਕ ਵੱਡੇ ਨਾਲੇ ਦੇ ਨਾਲ ਕਨੈਕਟਡ ਸੀ। ਇਸ ਤਰ੍ਹਾਂ ਜਿਹੜੀ ਪੂਰੇ ਸ਼ਹਿਰ ਦੀ ਗੰਦਗੀ ਹੁੰਦੀ ਸੀ ਨਾ ਉਹ ਪ੍ਰੋਪਰ ਉਹਨੂੰ ਬਾਹਰ ਡਿਸਪੋਜ਼ ਕੀਤਾ ਜਾਂਦਾ ਸੀ। ਇਹਨਾਂ ਦਾ ਜਿਹੜਾ ਜਦੋਂ ਮੀਂਹ ਮੂੰਹ ਵੀ ਪੈਂਦੇ ਹੋਣਗੇ ਤਾਂ ਉਦੋਂ ਵੀ ਇਹ ਪ੍ਰੋਪਰ ਇਹਨਾਂ ਦੇ ਵਿੱਚ ਕੋਈ ਇੱਦਾਂ ਦੀ ਨਹੀਂ ਪਾਇਆ ਗਿਆ ਵੀ ਹਾਂ ਅੱਜ ਵੀ ਇਹਨਾਂ ਦਾ ਓਵਰਫਲੋ ਹੋ ਗਿਆ ਜਾਂ ਕੁਛ ਵੀ। ਕਹਿੰਦੇ ਇਹਨਾਂ ਦੀਆਂ ਜਿਹੜੀਆਂ ਨਾਲੀਆਂ ਦਾ ਸਿਸਟਮ ਸੀ ਉਹ ਅੱਜ ਵੀ ਸਾਇੰਟਿਸਟ ਦੇਖ ਕੇ ਹੈਰਾਨ ਹੈ ਵੀ ਇੰਨੇ ਪੁਰਾਣੇ ਲੋਕ ਅਤੇ ਵੀ ਗੰਦਗੀ ਨੂੰ ਉਹਨਾਂ ਨੇ ਕਿੰਨਾ ਵਧੀਆ ਤਰੀਕੇ ਨਾਲ ਡਿਸਪੋਜ਼ ਕੀਤਾ ਗਿਆ ਸੀ। ਦੂਜੀ ਗੱਲ ਜਿਹੜੀਆਂ ਇਹਨਾਂ ਦੀਆਂ ਨਾਲੀਆਂ ਸੀਗੀਆਂ ਉਹ ਪੱਥਰਾਂ ਨਾਲ ਢੱਕੀਆਂ ਹੋਈਆਂ ਸੀ। ਥੋੜ੍ਹੀ ਦੂਰੀ ਦੇ ਉੱਤੇ ਜਾ ਕੇ ਉਹ ਪੱਥਰ ਜਿਹੜੇ ਹਿਲਾ ਲੈਂਦੇ ਸੀਗੇ ਅਤੇ ਉਹਨਾਂ ਦੀ ਪ੍ਰੋਪਰ ਜਿਹੜੀ ਉਹ ਸਫਾਈ ਹੁੰਦੀ ਸੀ। ਇੱਕ ਮੇਨ ਵੱਡੀ ਗੱਲ ਜਿਹੜੀ ਇਹਨਾਂ ਦੀ ਮਤਲਬ ਐਗਰੀਕਲਚਰ ਦਾ ਜਿਹੜਾ ਤਰੀਕਾ ਸੀ ਕਰਨ ਦਾ ਉਹ ਅੱਜ ਦੇ ਟਾਈਮ ਨਾਲੋਂ ਵੀ ਬਹੁਤ ਐਡਵਾਂਸ ਸੀ। ਮਤਲਬ ਇਹ ਜਸਟ ਸਬੂਤਾਂ ਤੋਂ ਪਤਾ ਚੱਲਿਆ ਵੀ ਇਹ ਲੋਕ ਬਹੁਤ ਆਧੁਨਿਕ ਸੀਗੇ, ਮਾਡਰਨ ਸੀਗੇ, ਪੁਰਾਣੇ ਨਹੀਂ ਸੀ। ਅਤੇ ਔਰ ਇਹ ਵੀ ਕਿਹਾ ਜਾਂਦਾ ਵੀ ਜਿਹੜਾ ਅੱਜ ਦੇ ਟਾਈਮ ਆਪਣੇ ਕੋਲ ਪਲੈਨਡ ਸਿਟੀ ਹੈ ਚੰਡੀਗੜ੍ਹ, ਉਹਦਾ ਜਿਹੜਾ ਪੈਟਰਨ ਆ ਉਹ ਹੜੱਪਾ ਤੋਂ ਹੀ ਲਿਆ ਗਿਆ। ਵੀ ਹੜੱਪਾ ਕਿਵੇਂ 90 ਡਿਗਰੀ ਦੇ, ਚੰਡੀਗੜ੍ਹ ਜੇ ਤੁਸੀਂ ਜਾਓ ਤਾਂ ਤੁਹਾਨੂੰ ਪਤਾ ਲੱਗਦਾ ਵੀ ਸਾਰੀਆਂ ਸੜਕਾਂ ਇੱਕਸਾਰ ਕੱਟਦੀਆਂ। ਜੇ ਬੰਦਾ ਇੱਕ ਚੌਂਕ ਭੁੱਲ ਵੀ ਜਾਵੇ ਤਾਂ ਦੂਜੇ ਤੋਂ ਜਾ ਕੇ ਉੱਥੇ ਹੀ ਜਾ ਕੇ ਮਿਲ ਜਾਂਦਾ ਨਾ। ਤਾਂ ਮਤਲਬ ਉਹ ਪੂਰਾ 90 ਡਿਗਰੀ ਦੇ ਉੱਤੇ ਸਾਰਾ ਲੇਆਊਟ ਉਹਦਾ ਪ੍ਰੋਪਰ ਹੈ। ਉਵੇਂ ਹੀ ਉਦੋਂ ਦੇ ਜਿੰਨੇ ਵੀ ਇਹਨਾਂ ਦੇ ਸ਼ਹਿਰ ਸੀ ਉਹ ਸਾਰੇ ਪ੍ਰੋਪਰ ਪਲੈਨਡ ਸੀ। ਐਂ ਨਹੀਂ ਸੀ ਵੀ ਜਿਹਦਾ ਜਿੱਥੇ ਜੀਅ ਕਰਿਆ ਉਹਨੇ ਉੱਥੇ ਜਾ ਕੇ ਘਰ ਪਾਲਿਆ ਜਾਵੇ। ਪ੍ਰੋਪਰ ਸਭ ਚੀਜ਼ ਪ੍ਰੋਪਰ ਪਲੈਨਿੰਗ ਦੇ ਨਾਲ ਹੋਈ ਸੀ। ਇਸ ਲਈ ਜਿਵੇਂ ਆਪਾਂ ਮੇਨ ਗੱਲ ਇਹੀ ਵੀ ਆਪਾਂ ਨੂੰ ਸੱਭਿਅਤਾ ਬਾਰੇ ਪੜ੍ਹਨ ਦੀ ਲੋੜ ਹੀ ਕੀ ਹੈ ਵੀ ਇਹ ਸੱਭਿਅਤਾ ਦੀ ਦੇਣ ਹੈ। ਜੇ ਕਿਸੇ ਨੇ ਪੜ੍ਹਿਆ ਹੋਊਗਾ ਇਸ ਸੱਭਿਅਤਾ ਨੂੰ, ਹੜੱਪਾ ਸਿਵਲਾਈਜੇਸ਼ਨ ਨੂੰ, ਫਿਰ ਹੀ ਉਸ ਆਰਕੀਟੈਕਚਰ ਨੇ ਇਹਦੇ ਤੋਂ ਜਿਹੜੇ ਇਹਦਾ ਆਰਕੀਟੈਕਚਰ ਆ ਸਿੱਖਿਆ ਹੋਊਗਾ ਨਾ। ਜੇ ਪੜ੍ਹਿਆ ਹੀ ਨਾ ਹੁੰਦਾ ਆਪਾਂ ਹਿਸਟਰੀ ਬਾਰੇ ਤਾਂ ਆਪਾਂ ਇਹ ਤੋਂ ਕੀ ਸਿੱਖਦੇ। ਤਾਂ ਇਹਦੀ ਬਹੁਤ ਵੱਡੀ ਦੇਣ ਆ ਆਪਾਂ ਨੂੰ ਟਾਊਨ ਜਿਹੜੀ ਪਲੈਨਿੰਗ ਇਹ ਤੋਂ ਆਪਾਂ ਲਈ ਹੈ। ਹੁਣ ਇੱਕ ਦੂਸਰੀ ਜਿਹੜੀ ਮੇਨ ਗੱਲ ਹੈ ਉਹ ਇਹ ਹੈ ਵੀ ਕਿ ਆਪਾਂ ਜਿਵੇਂ ਪੜ੍ਹਿਆ ਵੀ ਜਿਹੜੀ ਇਹਨਾਂ ਦੀ ਖੇਤੀਬਾੜੀ ਉਹ ਬਹੁਤ ਮਾਡਰਨ ਸੀ। ਅਤੇ ਇਹਨਾਂ ਦੀ ਖੇਤੀਬਾੜੀ ਤੋਂ ਇਹਨਾਂ ਨੂੰ ਫਿਰ ਕੁਛ ਦਿੱਤਾ ਹੋਊਗਾ, ਆਪਾਂ ਤਾਂ ਹੀ ਇਹਨੂੰ ਮਾਡਰਨ ਕਿਹਾ ਨਾ। ਜੇ ਆਪਾਂ ਨੂੰ ਕਿਸੇ ਬੰਦੇ ਤੋਂ ਕੁਛ ਮਿਲਦਾ ਫਿਰ ਹੀ ਆਪਾਂ ਉਹਦੀ ਪ੍ਰੇਜ਼ ਕਰਦੇ ਹਾਂ। ਉਵੇਂ ਕਹਿੰਦੇ ਵੀ ਜਿਹੜੇ ਯੂਨਾਨ ਦੇ ਲੋਕ ਸੀਗੇ, ਜਿਹੜੇ ਗਰੀਕ ਲੋਕ ਹੋਏ ਆ, ਉਹਨਾਂ ਨੂੰ ਕਪਾਹ ਬਾਰੇ ਨਹੀਂ ਸੀ ਪਤਾ। ਕਪਾਹ ਦੀ ਜਿਹੜੀ ਖੇਤੀ ਸ਼ੁਰੂ ਕਰਨ ਵਾਲੇ ਜਿਹੜੇ ਪਹਿਲੇ ਲੋਕ ਨੇ ਉਹ ਹੜੱਪਾ ਸਿਵਲਾਈਜੇਸ਼ਨ ਦੇ ਨੇ। ਆਲ ਓਵਰ ਵਰਲਡ ਇਹਨਾਂ ਨੇ ਹੀ ਕਪਾਹ ਨੂੰ ਪਹਿਲਾਂ ਪ੍ਰੋਡਿਊਸ ਕੀਤਾ ਸੀ। ਪੇਪਰ 'ਚ ਕਈ ਵਾਰ ਕੁਐਸਚਨ ਵੀ ਆ ਜਾਂਦਾ, ਸੋ ਇਹ ਧਿਆਨ 'ਚ ਰੱਖਣਾ। ਹੁਣ ਆਪਾਂ ਇਹਦੇ ਕੁਛ ਜਿਹੜੀਆਂ ਮੇਨ ਸਾਈਟਸ ਆ ਉਹਨਾਂ ਦੇ ਉੱਤੇ ਜਿਹੜੀਆਂ ਕਿਹੜੀਆਂ ਚੀਜ਼ਾਂ ਬਾਰੇ ਉੱਥੋਂ ਨਿਕਲੀਆਂ, ਕਿਹੜੀਆਂ ਚੀਜ਼ਾਂ ਦੀ ਖੋਜ ਹੋਈ ਉਹ ਪੜ੍ਹਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਜਿਹੜਾ ਹੜੱਪਾ ਸ਼ਹਿਰ ਹੈ, ਹੜੱਪਾ ਸ਼ਹਿਰ ਦੇ ਵਿੱਚ 6 ਵੱਡੇ ਗੋਦਾਮ ਪਾਏ ਗਏ ਆ। ਪੱਥਰ ਦੇ ਮਰਦ ਅਤੇ ਔਰਤ ਦੇ ਜਿਹੜੇ ਲਿੰਗ ਆ ਉਹ ਪਾਏ ਗਏ ਆ। ਇੱਕ ਡਾਈਸ ਮਿਲੀ ਆ, ਸ਼ੀਸ਼ਾ ਮਿਲਿਆ ਅਤੇ ਜਿਹੜਾ ਵੈਨਿਟੀ ਬਾਕਸ ਹੈ, ਸ਼ਿੰਗਾਰ ਵਾਲਾ ਡੱਬਾ ਮਿਲਿਆ। ਇਹ ਹੜੱਪਾ ਤੋਂ ਮਿਲਿਆ। ਦੂਜਾ ਜਿਹੜਾ ਮੇਨ ਸ਼ਹਿਰ ਆ ਮੋਹਨਜੋਦੜੋ। ਮੋਹਨਜੋਦੜੋ ਤੋਂ ਆਪਾਂ ਨੂੰ ਇੱਕ ਇਸ਼ਨਾਨ ਘਰ ਵੱਡਾ, ਜਿਵੇਂ ਅੱਜ ਕੱਲ੍ਹ ਤਲਾਬ ਹੁੰਦੇ ਆ, ਅਤੇ ਪਰ ਉਹਦੇ ਆਲੇ ਦੁਆਲੇ ਜਿਹੜੇ ਵਰਾਂਡੇ ਵੀ ਸੀ, ਚੇਂਜਿੰਗ ਰੂਮ ਬਣੇ ਹੋਏ ਸੀ, ਉਹ ਪਤਾ ਚੱਲਿਆ। ਤਾਂ ਉੱਥੋਂ ਪਤਾ ਲੱਗਦਾ ਵੀ ਇੱਥੋਂ ਦੇ ਜਿਹੜੇ ਲੋਕ ਹੋਣਗੇ ਵੀ ਸ਼ਾਇਦ ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਵੀ
ਰਿਲੀਜੀਅਸ ਜਿਹੜੀ ਬਾਥਿੰਗ ਹੈ ਉਹਦੇ ਵਿੱਚ ਬਿਲੀਵ ਕਰਦੇ ਹੋਣਗੇ, ਕੋਈ ਮੰਨਤਾ ਹੋਣੀ ਹੈ ਉਹਨਾਂ ਦੀ, ਅਤੇ ਜਸਟ ਅੰਦਾਜ਼ੇ ਹੈ ਜਿੱਥੋਂ ਜਿਵੇਂ ਜਿਵੇਂ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਮਿਲੀਆਂ ਵੀ ਲੋਕ ਕਰਦੇ ਹੋਣਗੇ। ਅਤੇ ਇਹਦੇ ਕਈ ਵਾਰ ਪੇਪਰ 'ਚ ਡਾਇਮੈਂਸ਼ਨਸ ਆ ਜਾਂਦੇ ਆ ਵੀ ਇਹਦਾ ਸਾਈਜ਼ ਕਿੰਨਾ ਦਾ ਸੀ ਇਸ਼ਨਾਨ ਘਰ ਦਾ। ਤੁਸੀਂ ਧਿਆਨ 'ਚ ਰੱਖਣਾ ਵੀ ਇਹ 39 ਫੁੱਟ ਲੰਮਾ ਸੀ, 23 ਫੁੱਟ ਚੌੜਾ ਸੀ ਅਤੇ 8 ਫੁੱਟ ਡੂੰਘਾ ਸੀ। ਇਹਦੇ ਵਿੱਚ ਪੌੜੀਆਂ ਲੱਗੀਆਂ ਹੋਈਆਂ ਸੀ ਨੀਚੇ ਉਤਰਨ ਦੇ ਲਈ। ਪ੍ਰੋਪਰ ਇਹਦੇ ਜਿਹੜਾ ਪਾਣੀ ਸੀ ਉਹਦਾ ਨਿਕਾਸ ਹੁੰਦਾ ਸੀ, ਹੋਲ ਬਣੇ ਹੋਏ ਸੀਗੇ ਸਾਈਡਾਂ ਤੋਂ ਪਾਣੀ ਕੱਢਣ ਦੇ ਲਈ, ਅਤੇ ਇਹ 'ਚ ਫਰੈਸ਼ ਵਾਟਰ ਵੀ ਇੱਕ ਪਾਈਪ ਆਉਂਦੀ ਸੀਗੀ, ਪੂਰਾ ਉਹ ਬਣਿਆ ਹੋਇਆ ਸੀਗਾ ਹੌਜੀ ਜਿਹਨੂੰ ਆਪਾਂ ਕਹਿੰਦੇ ਖਾਲ ਜਿਹਾ ਬਣਿਆ ਹੋਇਆ ਸੀ, ਉਹਦੇ ਥਰੂ ਇਹਦੇ 'ਚ ਪਾਣੀ ਆਉਂਦਾ ਸੀ। ਇੱਕ ਹੋਰ ਚੀਜ਼ ਇੱਥੇ ਮਿਲੀ ਜਿਹੜੀ ਵੱਡਾ ਹਾਲ ਹੈ। ਹਾਲ ਮਤਲਬ ਓਬਵੀਅਸਲੀ ਜਿਵੇਂ ਅੱਜ ਦੇ ਟਾਈਮ 'ਚ ਅਸੈਂਬਲੀ ਹੁੰਦੀ ਹੈ, ਕੁਛ ਲੋਕ ਇਕੱਠੇ ਹੁੰਦੇ ਆ, ਉਦੋਂ ਇਹਨਾਂ ਦੀਆਂ ਵੀ ਮੀਟਿੰਗਾਂ ਹੁੰਦੀਆਂ ਹੋਣੀਆਂ ਅਤੇ ਲੋਕ ਉੱਥੇ ਹਾਲ 'ਚ ਇਕੱਠੇ ਹੁੰਦੇ ਹੋਣਗੇ। ਇੱਕ ਪੇਪਰ 'ਚ ਕੁਐਸਚਨ ਆ ਜਾਂਦਾ ਦੀ ਗ੍ਰੇਟ ਗ੍ਰੈਨਰੀ, ਯਾਨੀ ਕਿ ਸਭ ਤੋਂ ਵੱਡਾ ਗੋਦਾਮ ਸਟੋਰ ਉਹ ਕਿੱਥੇ ਮਿਲਿਆ? ਉਹ ਵੀ ਮੋਹਨਜੋਦਾੜੋ 'ਚ ਹੀ ਮਿਲਿਆ। ਜਿਹੜੀਆਂ ਜੇ 6 ਗ੍ਰੈਨਰੀ ਦਾ ਕੁਐਸਚਨ ਆ ਜਾਵੇ ਵੀ 6 ਗੋਦਾਮ ਮਿਲਿਆ ਇਕੱਠੇ ਲਗਾਤਾਰ, ਤਾਂ ਉਹ ਹੜੱਪਾ 'ਚ ਮਿਲਿਆ। ਪਰ ਜੇ ਸਭ ਤੋਂ ਵੱਡੇ ਗੋਦਾਮ ਦੀ ਗੱਲ ਕਰੋ ਤਾਂ ਉਹ ਮੋਹਨਜੋਦਾੜੋ 'ਚ ਮਿਲਿਆ। ਇੱਕ ਹੋਰ ਚੀਜ਼ ਮਿਲੀ ਆ ਮੋਹਨਜੋਦਾੜੋ 'ਚ ਜਿਹੜੀ ਕਿ ਪਸ਼ੂਪਤੀ ਦੀ ਮੋਹਰ ਹੈ। ਫਿਰ ਇੱਥੇ ਕਪਾਹ ਦਾ ਬੁਣਿਆ ਹੋਇਆ ਕੱਪੜਾ ਪਤਾ ਮਿਲਿਆ, ਜਿਹਦੇ ਤੋਂ ਪਤਾ ਲੱਗਿਆ ਵੀ ਲੋਕ ਕਪਾਹ ਦੀ ਖੇਤੀ ਕਰਦੇ ਸੀ, ਜਿਹਦੇ ਤੋਂ ਬੁਣਤੀ ਕਰਦੇ ਸੀ, ਆਪੇ ਵੂਵਨ ਕਰਦੇ ਸੀ ਉਹਨਾਂ ਕੱਪੜਿਆਂ ਨੂੰ। ਇੱਥੇ ਲਗਭਗ ਸਭ ਤੋਂ ਜ਼ਿਆਦਾ ਜੇ ਹੜੱਪਾ ਸਿਵਲਾਈਜੇਸ਼ਨ ਦੀਆਂ ਆਪਾਂ ਮੋਹਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਇੱਥੋਂ ਮਿਲੀਆਂ। ਕਿੰਨੀਆਂ ਮੋਹਰਾਂ ਮਿਲੀਆਂ? ਲਗਭਗ 1400 ਦੇ ਕਰੀਬ, 1398 ਮੋਹਰਾਂ ਮਿਲੀਆਂ। ਅਤੇ ਇੱਥੇ ਇੱਕ ਨੱਚਣ ਵਾਲੀ ਜਿਹੜੀ ਔਰਤ ਸੀ ਉਹਦੀ ਜਿਹੜੀ ਨੰਗੀ ਮੂਰਤੀ ਮਿਲੀ ਹੈ, ਜਿਹੜੀ ਕਿ ਬ੍ਰੌਂਜ ਯਾਨੀ ਕਿ ਕਾਂਸੇ ਦੀ ਬਣੀ ਹੋਈ, ਉਹ ਵੀ ਇੱਥੋਂ ਮਿਲੀ ਹੈ। ਫਿਰ ਇੱਕ ਦਾੜੀ ਵਾਲੇ ਆਦਮੀ ਦੀ ਮੂਰਤੀ ਬਣੀ ਹੈ। ਇੱਥੋਂ ਪਤਾ ਲੱਗਦਾ ਵੀ ਜਿਹੜੇ ਇੱਥੋਂ ਦੇ ਲੋਕ ਸੀਗੇ ਉਹ ਸ਼ਾਇਦ ਦਾੜੀ ਉਗਾਉਂਦੇ ਹੋਣਗੇ ਵੀ, ਜਿਵੇਂ ਅੱਜ ਕੱਲ੍ਹ ਆਪਾਂ ਬੀਅਰਡ ਵਗੈਰਾ ਰੱਖਦੇ ਹਾਂ ਉਵੇਂ ਇੱਥੋਂ ਦੇ ਲੋਕ ਵੀ ਰੱਖਦੇ ਸੀ। ਤਾਂ ਇੱਕ ਮੂਰਤੀ ਹੈ, ਉਹ ਮੂਰਤੀ ਇੱਕ ਪੱਥਰ ਦੀ ਬਣੀ ਹੋਈ ਹੈ। ਪੇਪਰ 'ਚ ਕੁਐਸਚਨ ਆ ਜਾਂਦਾ ਕਈ ਵਾਰ ਵੀ ਉਹ ਪੱਥਰ ਕਿਹੜਾ? ਉਹ ਪੱਥਰ ਸਟੀਟਾਈਟ ਹੈ, ਪੱਥਰ ਦੀ ਕਿਸਮ ਹੈ। ਜਿਵੇਂ ਧਾਤਾਂ ਦੀ ਕਿਸਮ ਹੁੰਦੀ ਹੈ, ਕੋਈ ਬ੍ਰੌਂਜ ਹੈ, ਕੋਈ ਗੋਲਡ ਹੈ, ਕੋਈ ਸਿਲਵਰ ਹੈ, ਉਵੇਂ ਇੱਕ ਪੱਥਰ ਦੀ ਵੀ ਕਿਸਮ ਹੈ। ਉਹ ਪੱਥਰ ਹੈਗਾ ਸਟੀਟਾਈਟ। ਬਹੁਤ ਹੀ ਨਾਜ਼ੁਕ ਸੌਫਟ ਪੱਥਰ ਹੁੰਦਾ ਵੀ ਉਹਨੂੰ ਥੋੜ੍ਹਾ ਮੋਲਡਿੰਗ ਕਰਨੀ ਉਹਦੀ ਸੌਖੀ ਹੈ। ਸਟੀਟਾਈਟ ਨਾਮ ਦੇ ਪੱਥਰ ਦੀ ਬਣੀ ਹੋਈ ਹੈ। ਤੀਜੀ ਜਿਹੜੀ ਸਾਈਟ ਹੈ ਇਹਨਾਂ ਦੀ ਚੂੰਦੜੋ, ਉੱਥੋਂ ਆਪਾਂ ਨੂੰ ਕੀ ਕੁਛ ਮਿਲਿਆ? ਉੱਥੋਂ ਆਪਾਂ ਨੂੰ ਇੱਕ ਦਵਾਤ ਮਿਲੀ ਹੈ, ਜਿਸ ਤੋਂ ਪਤਾ ਲੱਗਦਾ ਵੀ ਲੋਕਾਂ ਨੂੰ ਲਿਖਣਾ ਆਉਂਦਾ ਹੋਊਗਾ, ਦਵਾਤ ਦੀ ਵਰਤੋਂ ਫੇਰ ਹੀ ਕਰਦੇ ਆ। ਸੁਰਖੀ ਮਿਲੀ ਹੈ। ਕੁੱਤੇ ਦੀ ਪੈੜ ਦੇ ਨਿਸ਼ਾਨ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਕੁੱਤੇ ਦੀ ਪੈੜ ਦੇ ਨਿਸ਼ਾਨ ਚੂੰਦੜੋ ਤੋਂ ਮਿਲਿਆ, ਦਾ ਮਤਲਬ ਇਹ ਸੀ ਕਿ ਇੱਥੇ ਕੁੱਤਾ ਹੋਊਗਾ। ਫਿਰ ਇੱਕ ਬਲਦ ਗੱਡੀ ਮਿਲੀ ਹੈ, ਮਿੱਟੀ ਦੀ ਬਣੀ ਹੋਈ ਬੱਚਿਆਂ ਦਾ ਟੋਆਏ। ਉੱਥੋਂ ਪਤਾ ਲੱਗਦਾ ਵੀ ਓਬਵੀਅਸਲੀ ਲੋਕਾਂ ਕੋਲ ਬਲਦ ਵੀ ਹੋਊਗਾ ਅਤੇ ਬਲਦ ਗੱਡੀਆਂ ਦੇ ਨਾਲ ਆਪਦਾ ਕੰਮ ਕਰਦੇ ਹੋਣਗੇ ਖੇਤੀਬਾੜੀ ਦਾ। ਆਪਾਂ ਪੜ੍ਹਿਆ ਵੀ ਜਿਹੜੇ ਇੱਥੋਂ ਦੇ ਸ਼ਹਿਰ ਸੀਗੇ ਮੇਨ ਸਾਰੇ, ਉਹ 2 ਹਿੱਸਿਆਂ 'ਚ ਵੰਡੇ ਹੋਏ ਸੀ। ਉੱਪਰਲਾ ਹਿੱਸਾ, ਨੀਵਾਂ ਹਿੱਸਾ, ਅਮੀਰ ਲੋਕ ਜਿੱਥੇ ਰਹਿੰਦੇ ਸੀ, ਨੀਵੇਂ 'ਚ ਗਰੀਬ ਰਹਿੰਦੇ ਸੀ। ਚੂੰਦੜੋ ਇੰਪੋਰਟੈਂਟ ਪੁਆਇੰਟ ਹੈ, ਇਕਲੌਤਾ ਸ਼ਹਿਰ ਹੈ ਜਿਹਦਾ ਕੋਈ ਉੱਪਰਲਾ ਹਿੱਸਾ ਨਹੀਂ ਸੀ। ਇਹ ਸਾਰਾ ਸ਼ਹਿਰ ਇੱਕੋ ਜਿਹਾ ਸੀ। ਇਕਲੌਤਾ ਸ਼ਹਿਰ ਹੈ, ਪੇਪਰ 'ਚ ਕਈ ਵਾਰ ਕੁਐਸਚਨ ਆ ਜਾਂਦਾ, ਇਕਲੌਤਾ ਸ਼ਹਿਰ ਜਿਹਦੇ ਵਿੱਚ ਕੋਈ ਅਪਰ ਪਾਰਟ ਨਹੀਂ ਸੀ, ਟੋਟਲੀ ਇੱਕੋ ਜਿਹਾ ਸੀ, ਉਹ ਚੂੰਦੜੋ ਹੈ। ਅਗਲਾ ਸ਼ਹਿਰ ਆਉਂਦਾ ਮੇਨ ਇਹਨਾਂ ਦਾ ਲੋਥਲ। ਲੋਥਲ ਇੱਕ ਪੋਰਟ ਸਿਟੀ ਸੀ, ਯਾਨੀ ਕਿ ਬੰਦਰਗਾਹ ਸੀ, ਜਿਹਦੇ ਤੋਂ ਇਹ ਆਪਦਾ ਆਲ ਓਵਰ ਵਰਲਡ ਜਿਹੜੀਆਂ ਮਤਲਬ ਉਸ ਟਾਈਮ ਦੀਆਂ ਸੱਭਿਅਤਾ ਸੀ, ਮਿਸਰ ਦੀ ਸੱਭਿਅਤਾ ਹੋ ਗਈ, ਚੀਨ ਦੀ ਸੱਭਿਅਤਾ ਹੋ ਗਈ, ਜਾਂ ਸੁਮੇਰੀਆ ਦੀ ਸੱਭਿਅਤਾ ਹੋ ਗਈ, ਉਹਦੇ ਨਾਲ ਆਪਦਾ ਵਪਾਰ ਕਰਦੇ ਸੀ। ਅਤੇ ਇੱਥੋਂ ਦਾ ਜਿਹੜਾ ਸ਼ਹਿਰ ਸੀ ਨਾ, ਅਤੇ ਇਹਦੇ ਵਿੱਚ ਪਤਾ ਲੱਗਿਆ ਵੀ ਇੱਥੇ ਇੱਕ ਥੰਮ ਬਣੇ ਹੋਏ ਸੀ, ਜਿਹਦੇ ਵਿੱਚ ਇਹ ਆਪਦੀਆਂ ਰਾਤ ਨੂੰ ਅੱਗ ਦੀਆਂ ਮਿਸਾਲਾਂ ਰੱਖਦੇ ਸੀ। ਮਤਲਬ ਇੱਥੇ ਲਾਈਟਨਿੰਗ ਦਾ ਵੀ ਪ੍ਰਬੰਧ ਸੀਗਾ। ਅਤੇ ਇੱਥੇ ਇੱਕ ਕਬਰ ਮਿਲੀ ਹੈ, ਜਿਹਦੇ ਵਿੱਚ ਪਤਾ ਲੱਗਦਾ ਵੀ ਜਿਹੜੇ ਮਰਦ ਅਤੇ ਔਰਤ ਉਹਨਾਂ ਦਾ ਇਕੱਠਾ ਦਫਨ ਕਰਦੇ ਸੀ। ਉਹ ਲੋਥਲ ਤੋਂ ਹੀ ਪਤਾ ਚੱਲਿਆ ਵੀ ਸ਼ਾਇਦ ਕਈ ਜਗ੍ਹਾ 'ਤੇ ਇਹ ਆ ਜਿਹੜੀ ਲੇਡੀ ਅਤੇ ਜੈਂਟਸ ਨੂੰ ਇਕੱਠਿਆਂ ਨੂੰ ਦਫਨ ਕਰ ਦਿੰਦੇ ਸੀ, ਹਸਬੈਂਡ ਵਾਈਫ ਜੋ ਵੀ ਉਹਨਾਂ ਦਾ ਮਤਲਬ ਮੋਸਟਲੀ ਵੀ ਹਸਬੈਂਡ ਵਾਈਫ ਹੀ ਹੋ ਸਕਦੇ ਜਿਨ੍ਹਾਂ ਦੀ ਇਕੱਠਿਆਂ ਦੀ ਕਬਰ ਬਣਦੀ ਹੋਏਗੀ। ਇੱਕ ਤੋਂ ਮਿੱਟੀ ਦਾ ਜਹਾਜ਼ ਮਿਲਿਆ। ਮਿੱਟੀ ਦੇ ਜਹਾਜ਼ ਤੋਂ ਪਤਾ ਲੱਗਦਾ ਵੀ ਜਿਹੜੇ ਲੋਕ ਹੈ, ਕਿਉਂਕਿ ਇੱਥੇ ਵੀ ਇਹ ਸ਼ਿਪ ਹੋਣਗੇ, ਇੱਥੇ ਇਹਨਾਂ ਲੋਕਾਂ ਨੇ ਜਹਾਜ਼ ਬਣਾਏ ਹੋਣਗੇ ਅਤੇ ਉਹ ਜਹਾਜ਼ਾਂ ਤੋਂ ਇਹ ਕੰਮ ਲੈਂਦੇ ਹੋਣਗੇ ਵਪਾਰ ਦੇ ਲਈ। ਠੀਕ ਹੈ, ਅਤੇ ਇੱਥੋਂ ਹੀ ਮਤਲਬ ਇਹ ਜਿਹੜੀਆਂ ਚੀਜ਼ਾਂ ਮਿਲਦੀਆਂ ਇਹਨਾਂ ਤੋਂ ਹੀ ਅੰਦਾਜ਼ਾ ਲਾਇਆ ਜਾਂਦਾ, ਕਿਉਂਕਿ ਜਿਹੜੀ ਚੀਜ਼ ਇਨਸਾਨ ਦੀ ਜ਼ਿੰਦਗੀ 'ਚ ਅਸਲੀ ਹੁੰਦੀ ਹੈ, ਜਿਵੇਂ ਅੱਜ ਦੇ ਟਾਈਮ 'ਚ ਟਰੈਕਟਰ, ਕਾਰਾਂ, ਜਹਾਜ਼ ਆਪਣੇ ਕੋਲ, ਹਵਾਈ ਜਹਾਜ਼ ਅਸਲੀ ਨੇ, ਤਾਂ ਉਹਨਾਂ ਚੀਜ਼ਾਂ ਦੇ ਟੋਇਜ਼ ਬਣਾਏ ਜਾਂਦੇ ਆ। ਜੋ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਅਸਲੀ ਤੌਰ 'ਤੇ ਕਰਦਾ, ਉਹੀ ਚੀਜ਼ਾਂ ਇਨਸਾਨ ਖੇਡਣ ਦੇ ਤੌਰ 'ਤੇ ਵੀ ਛੋਟੇ ਛੋਟੇ ਬੱਚਿਆਂ ਨੂੰ ਉਹੀ ਚੀਜ਼ਾਂ ਦਿੰਦੇ ਹਾਂ ਆਪਾਂ, ਜੋ ਸਾਡੀ ਸੋਚ 'ਚ ਹੁੰਦੀਆਂ। ਇਸ ਲਈ ਇੱਥੋਂ ਪਤਾ ਲੱਗਦਾ ਵੀ ਜੇ ਇਹਨਾਂ ਦੀ ਸੋਚ ਦੇ ਵਿੱਚ, ਇਹਨਾਂ ਦੇ ਖੇਡਣ ਦੇ ਵਿੱਚ ਮਿੱਟੀ ਦੇ ਖਿਡੌਣੇ ਜਹਾਜ਼ਾਂ ਦੇ ਸੀਗੇ, ਤਾਂ ਇਹਦਾ ਮਤਲਬ ਇਹ ਇਹਨਾਂ ਕੋਲ ਜਿਹੜੇ ਸਮੁੰਦਰੀ ਜਹਾਜ਼ ਹੁੰਦੇ ਹੋਣਗੇ, ਇਹਨਾਂ ਕੋਲ ਬੇੜੀਆਂ ਸੀਗੀਆਂ। ਅਤੇ ਇੱਥੋਂ ਹੀ ਆਪਾਂ ਨੂੰ ਮੋਹਰਾਂ ਮਿਲੀਆਂ ਜਿਹੜੀਆਂ ਕਿ ਈਰਾਨ ਦੀਆਂ ਨੇ, ਮੈਸੋਪੋਟਾਮੀਆ ਦੀਆਂ। ਤਾਂ ਆਪਾਂ ਨੂੰ ਇੱਥੋਂ ਪਤਾ ਲੱਗਿਆ ਵੀ ਇਹਨਾਂ ਲੋਕਾਂ ਦਾ ਜਿਹੜਾ ਵਪਾਰ ਆ ਉਹ ਈਰਾਨ ਦੇ ਨਾਲ ਹੁੰਦਾ ਹੋਏਗਾ। ਅਗਲਾ ਜਿਹੜਾ ਮੇਨ ਸ਼ਹਿਰ ਹੋ ਗਿਆ ਕਾਲੀਬੰਗਾ। ਕਾਲੀਬੰਗਾ ਦੇ ਵਿੱਚ ਆਪਾਂ ਨੂੰ ਇੱਟਾਂ ਮਿਲੀਆਂ ਜਿਹੜੀਆਂ ਡਿਜ਼ਾਈਨਦਾਰ ਸੀ, ਯਾਨੀ ਕਿ ਉਹਨਾਂ 'ਤੇ ਡੈਕੋਰੇਸ਼ਨ ਹੋਈ ਹੋਈ ਸੀ। ਕੁਛ ਮੋਹਰਾਂ ਮਿਲੀਆਂ ਜਿਹੜੀਆਂ ਕਿ ਸਿਲੰਡਰੀਕਾਰ ਸ਼ੇਪ ਦੀਆਂ ਸੀ। ਅਤੇ ਇੱਕ ਇੱਥੇ ਹੀ ਆਪਾਂ ਨੂੰ ਪਤਾ ਲੱਗਿਆ ਵੀ ਜਿਹੜਾ ਇੱਕ ਖੇਤ ਲੱਭਿਆ, ਖੇਤ ਵਾਹਿਆ ਵਾ ਸੀ, ਉਵੇਂ ਉਹ 'ਚ ਬੀਜ ਬਿਜਾਈ ਹੋਈ ਵੀ ਸੀ ਥੋੜ੍ਹੀ ਬਹੁਤੀ। ਤੁਹਾਨੂੰ ਫੇਰ ਹੀ ਇਹਨਾਂ ਨੂੰ ਅੰਦਾਜ਼ਾ ਹੋਇਆ ਵੀ ਇਹਦਾ ਮਤਲਬ ਇਹ ਲੋਕ
ਪਲੋਇੰਗ ਵਗੈਰਾ ਕਰਦੇ ਸੀ, ਖੇਤਾਂ ਨੂੰ ਵਾਹੁੰਦੇ ਸੀਗੇ, ਉੱਥੇ ਕੁਛ ਬੀਜ ਬਿਜਾਈ ਕਰਦੇ ਸੀ। ਪੇਪਰ 'ਚ ਕੁਐਸਚਨ ਆ ਜਾਂਦਾ ਵੀ ਊਠ ਦੀਆਂ ਹੱਡੀਆਂ ਕਿੱਥੋਂ ਮਿਲੀਆਂ। ਆਪਾਂ ਨੂੰ ਪਤਾ ਕਾਲੀਬੰਗਾ ਜਿਹੜਾ ਰਾਜਸਥਾਨ ਦਾ ਸ਼ਹਿਰ ਹੈ ਅਤੇ ਰਾਜਸਥਾਨ ਦੇ ਵਿੱਚ ਰੇਤ ਹੈ, ਰੇਗਿਸਤਾਨ ਹੈ, ਇਸ ਲਈ ਕਾਲੀਬੰਗਾ ਦੇ ਵਿੱਚ ਊਠਾਂ ਦੇ ਦੁਆਲਾ ਮਤਲਬ ਸਾਰੀ ਜਿਹੜੀ ਊਠ ਯੂਜ਼ ਕਰਦੇ ਸੀ ਇਹ ਲੋਕ ਆਵਾਜਾਈ ਦੇ ਲਈ, ਇਸ ਲਈ ਕਾਲੀਬੰਗਾ ਦੇ ਵਿੱਚ ਆਪਾਂ ਨੂੰ ਊਠ ਦੀਆਂ ਹੱਡੀਆਂ ਮਿਲੀਆਂ। ਹਾਂਜੀ, ਨੈਕਸਟ ਜਿਹੜਾ ਸ਼ਹਿਰ ਹੈਗਾ ਬਾਨਾਵਾਲੀ। ਬਾਨਾਵਾਲੀ ਬਾਰੇ ਇੱਕ ਨੈਗੇਟਿਵ ਪੁਆਇੰਟ ਹੈ। ਬਾਨਾਵਾਲੀ ਹਰਿਆਣੇ ਦੇ ਵਿੱਚ ਹੈ। ਬਾਨਾਵਾਲੀ ਦੇ ਵਿੱਚ ਜਿਹੜਾ ਸੀ, ਵੈਸੇ ਆਪਾਂ ਜਿਵੇਂ ਪੜ੍ਹਿਆ ਵੀ ਇਹਨਾਂ ਦਾ ਸੀਵਰੇਜ ਸਿਸਟਮ ਬਹੁਤ ਚੰਗਾ ਸੀ। ਈਵਨ ਚੰਡੀਗੜ੍ਹ ਵਾਲਿਆਂ ਨੇ ਵੀ ਇੱਥੋਂ ਸੀਵਰੇਜ ਸਿਸਟਮ ਅਤੇ ਜਿਹੜਾ ਸੜਕਾਂ ਦਾ ਪੈਟਰਨ ਲਿਆ, ਬਟ ਬਾਨਾਵਾਲੀ ਇਹ 'ਤੇ ਤਾਂ ਆਪਾਂ ਕਹਿ ਲੈਂਦੇ ਹਾਂ ਵੀ ਇੱਕ ਨੈਗੇਟਿਵ ਪੁਆਇੰਟ ਹੈ। ਬਾਨਾਵਾਲੀ ਦਾ ਜਿਹੜਾ ਸੀਵਰੇਜ ਸਿਸਟਮ ਉਹ ਚੰਗਾ ਨਹੀਂ ਸੀ, ਇੱਕ ਇਹਨਾਂ ਦੇ ਨੈਗੇਟਿਵ ਪੁਆਇੰਟ ਹੈ। ਅਤੇ ਇੱਥੋਂ ਆਪਾਂ ਨੂੰ ਸ਼ਤਰੰਜ ਬੋਰਡ ਮਿਲਿਆ, ਜਿੱਥੋਂ ਪਤਾ ਲੱਗਦਾ ਵੀ ਇੱਥੋਂ ਦੇ ਲੋਕ ਜਿਹੜੇ ਚੈਸ ਵੀ ਖੇਡਦੇ ਹੋਣਗੇ। ਅਗਲਾ ਸ਼ਹਿਰ ਆ ਧੌਲਾਵੀਰਾ। ਧੌਲਾਵੀਰਾ ਦੇ ਵਿੱਚ ਆਪਾਂ ਨੂੰ ਸਟੇਡੀਅਮ ਮਿਲਿਆ, ਜਿੱਥੋਂ ਆਪਾਂ ਨੂੰ ਪਤਾ ਲੱਗਦਾ ਵੀ ਲੋਕ ਖੇਡਾਂ ਵੀ ਖੇਡਦੇ ਹੋਣਗੇ, ਮੈਚ ਹੁੰਦੇ ਹੋਣਗੇ। ਅਤੇ ਇੱਥੇ ਆਪਾਂ ਨੂੰ ਵਾਟਰ ਰਿਜ਼ਰਵਾਇਰ ਵੀ ਮਿਲਿਆ, ਜਿੱਥੋਂ ਪਤਾ ਲੱਗਦਾ ਵੀ ਇੱਥੋਂ ਦੇ ਲੋਕ ਜਿਹੜਾ ਮੀਂਹ ਦਾ ਪਾਣੀ ਹੈ ਜਾਂ ਵੈਸੇ ਕਦੇ ਸਮਰਸ ਦੇ ਲਈ ਗਰਮੀਆਂ ਦੇ ਲਈ ਆਪਣਾ ਪਾਣੀ ਜਿਹੜਾ ਸਟੋਰ ਕਰਕੇ ਰੱਖਦੇ ਹੋਣਗੇ। ਅਤੇ ਧੌਲਾਵੀਰਾ ਦਾ ਇੱਕ ਮੇਨ ਪੁਆਇੰਟ ਹੋਰ ਵੀ ਹੈ ਵੀ ਮੋਸਟਲੀ ਜਿਹੜੇ ਆਪਾਂ ਪੜ੍ਹਿਆ ਵੀ ਇਹਨਾਂ ਦੇ ਜਿਹੜੇ ਸ਼ਹਿਰ ਉਹ 2 ਹਿੱਸਿਆਂ ਦੇ ਵਿੱਚ ਵੰਡੇ ਹੋਏ ਸੀ, ਉੱਪਰਲਾ ਹਿੱਸਾ ਅਤੇ ਹੇਠਲਾ ਹਿੱਸਾ। ਪਰ ਇਕਲੌਤਾ ਸ਼ਹਿਰ ਹੈ ਜਿਹਦੇ 3 ਪਾਰਟ ਹੈ, ਅਪਰ ਪਾਰਟ, ਮਿਡਲ ਪਾਰਟ ਐਂਡ ਲੋਅਰ ਪਾਰਟ। ਪੇਪਰ 'ਚ ਕਈ ਵਾਰ ਕੁਐਸਚਨ ਆ ਜਾਂਦਾ ਵੀ ਇਕਲੌਤਾ ਸ਼ਹਿਰ ਦੱਸੋ ਜਿਹੜਾ ਹੜੱਪਾ ਸਿਵਲਾਈਜੇਸ਼ਨ ਦਾ ਜਿਸ ਨੂੰ 3 ਹਿੱਸਿਆਂ 'ਚ ਵੰਡਿਆ ਗਿਆ ਤਾਂ ਉਹ ਧੌਲਾਵੀਰਾ ਹੈ, ਅਤੇ ਜਿਸ ਸ਼ਹਿਰ ਨੂੰ ਕਿਸੇ ਹਿੱਸੇ 'ਚ ਨਹੀਂ ਵੰਡਿਆ ਗਿਆ ਸੀ ਉਹ ਚੂੰਦੜੋ ਹੈ, ਅਤੇ ਬਾਕੀ ਮੋਸਟਲੀ ਸਾਰੇ ਸ਼ਹਿਰ 2 ਹਿੱਸਿਆਂ ਦੇ ਵਿੱਚ ਵੰਡੇ ਹੋਏ ਆ। ਸਰਕੋਤੜਾ ਇੱਕ ਇੱਥੋਂ ਦਾ ਸ਼ਹਿਰ ਹੈ ਜਿੱਥੇ ਘੋੜੇ ਦੀਆਂ ਹੱਡੀਆਂ ਮਿਲੀਆਂ। ਇਹ ਵੀ ਪੇਪਰ 'ਚ ਕੁਐਸਚਨ ਆ ਜਾਂਦਾ ਵੀ ਹਾਰਸ ਬੋਨਸ ਕਿੱਥੋਂ ਡਰਾਈਵ ਹੋਈਆਂ, ਤਾਂ ਸਰਕੋਤੜਾ ਤੋਂ ਮਿਲੀਆਂ। ਅਤੇ ਜਿਵੇਂ ਅੱਜ ਕੱਲ੍ਹ ਆਪਾਂ ਫੁੱਲ ਚੁਗਦੇ ਹਾਂ ਮੁਰਦਿਆਂ ਦੇ, ਉਵੇਂ ਇੱਥੇ ਵੀ ਜਿਹੜੇ ਫੁੱਲ ਸੀਗੇ ਉਹਨਾਂ ਨੂੰ ਨਾ ਕੁੱਜੇ ਦੇ ਵਿੱਚ ਸਟੋਰ ਕਰਕੇ ਰੱਖਦੇ ਸੀ, ਤੌੜੇ ਦੇ ਵਿੱਚ ਕਹਿ ਲਓ ਜਾਂ ਪੋਟ 'ਚ, ਪੋਟ ਬਿਊਰੀਅਲ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਤਾਂ ਸਰਕੋਤੜਾ ਦੇ ਵਿੱਚੋਂ ਇਹਨਾਂ ਨੂੰ ਪੋਟ ਬਿਊਰੀਅਲ ਬਾਰੇ ਪਤਾ ਚੱਲਿਆ। ਹੁਣ ਇਹ ਸਾਰਾ ਕੁਛ ਪੜ੍ਹ ਕੇ ਇਹਦੇ ਕੁਛ ਕੀ ਪੁਆਇੰਟਸ ਹੈ ਜਿਹੜੇ ਜ਼ਰੂਰੀ ਨੇ, ਪੇਪਰ 'ਚ ਕਈ ਵਾਰ ਆ ਵੀ ਜਾਂਦੇ ਆ ਵੀ ਜਿਹੜੇ ਇੱਥੋਂ ਦੇ ਜਿਹੜੇ ਲੋਕ ਹੈ ਹੜੱਪਾ ਸਿਵਲਾਈਜੇਸ਼ਨ ਦੇ ਸਿੰਧੂ ਘਾਟੀ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਗਾਂ ਅਤੇ ਸ਼ੇਰ ਬਾਰੇ ਬਿਲਕੁਲ ਨੌਲੇਜ ਨਹੀਂ ਸੀ। ਮਤਲਬ ਨਾ ਤਾਂ ਉਸ ਟਾਈਮ ਦੇ ਵਿੱਚ ਕੋਈ ਕਾਊ ਬਾਰੇ ਇੱਥੇ ਪਤਾ ਚੱਲਿਆ ਅਤੇ ਨਾ ਹੀ ਇਹਨਾਂ ਲੋਕਾਂ ਨੂੰ ਲਾਇਨ ਦਾ ਪਤਾ ਹੈ। ਦੂਸਰੀ ਗੱਲ, ਇਹਨਾਂ ਨੂੰ ਬਹੁਤ ਸਾਰੀਆਂ ਮੈਟਲਸ ਦਾ ਪਤਾ, ਜਿਵੇਂ ਆਪਾਂ ਬ੍ਰੌਂਜ ਪੜ੍ਹ ਲਿਆ, ਕਾਪਰ ਪੜ੍ਹਿਆ ਹੋਇਆ ਜਾਂ ਹੋਰ ਜਿਹੜੀਆਂ ਉਸ ਟਾਈਮ ਦੀਆਂ ਮੈਟਲ ਸੀਗੀਆਂ, ਬਟ ਇਹਨਾਂ ਲੋਕਾਂ ਨੂੰ ਲੋਹੇ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ। ਕਿਤੇ ਵੀ ਨਹੀਂ ਆਉਂਦਾ ਕਿ ਇਹਨਾਂ ਦੀ ਕੋਈ ਜਿਹੜਾ ਸੰਦ ਹੈ, ਕੋਈ ਚੀਜ਼ ਹੈ ਉਹ ਲੋਹੇ ਦੀ ਬਣੀ ਹੋਵੇ ਜਾਂ ਇਹਨਾਂ ਦਾ ਕੋਈ ਬਰਤਨ ਹੋਵੇ। ਇਸ ਲਈ ਹਮੇਸ਼ਾ ਪੇਪਰ 'ਚ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਵੀ ਇਹਨਾਂ ਲੋਕਾਂ ਨੂੰ ਕਿਹੜੀ ਧਾਤ ਬਾਰੇ ਜਾਣਕਾਰੀ ਨਹੀਂ ਸੀ, ਤਾਂ ਉੱਥੇ ਆਇਰਨ ਯਾਨੀ ਕਿ ਇਹਨਾਂ ਨੂੰ ਲੋਹੇ ਬਾਰੇ ਬਿਲਕੁਲ ਨੌਲੇਜ ਨਹੀਂ ਸੀ। ਇੱਕ ਹੋਰ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ ਵੀ ਜਿਹੜੀ ਇਹ ਹੜੱਪਾ ਸਿਵਲਾਈਜੇਸ਼ਨ ਹੈ ਇਹ ਰੂਰਲ ਸੀ ਜਾਂ ਅਰਬਨ ਸੀ। ਹੜੱਪਾ ਸਿਵਲਾਈਜੇਸ਼ਨ ਪੂਰੀ ਦੀ ਪੂਰੀ ਹੀ ਅਰਬਨ ਸੀ, ਇਹ ਸ਼ਹਿਰੀ ਸੀ, ਠੀਕ ਹੈ, ਇਹ ਮਾਡਰਨ ਸਿਵਲਾਈਜੇਸ਼ਨ ਸੀ। ਅਤੇ ਜਿਹੜੀ ਇਹਦੀ ਮਤਲਬ ਫਿਰ ਜਾਂ ਪੁੱਛ ਲਿਆ ਜਾਂਦਾ ਵੀ ਇੱਥੇ ਰਾਜੇ ਸੀਗੇ ਜਾਂ ਕੌਣ ਸੀ, ਕੌਣ ਇਹਨਾਂ ਨੂੰ ਲੀਡ ਕਰਦਾ ਸੀ, ਤਾਂ ਇਹੋ ਜਿਹਾ ਕੁਛ ਨਹੀਂ ਹੈ। ਇੱਥੇ ਜਿਹੜੇ ਮੋਸਟਲੀ ਜਿਹੜੇ ਵਪਾਰੀ ਲੋਕ ਸੀ, ਅਮੀਰ ਲੋਕ ਸੀ, ਜਿਨ੍ਹਾਂ ਦੇ ਹੱਥ ਪੈਸਾ ਸੀ ਅਤੇ ਉਹਨਾਂ ਦੇ ਹੱਥ ਵਿੱਚ ਹੀ ਪਾਵਰ ਸੀ, ਉਹੀ ਇਹਨਾਂ ਦੇ ਲੀਡਰ ਸੀ। ਹੁਣ ਆਪਾਂ ਇਹਦੇ ਫੀਚਰਸ ਜਿਹੜੇ ਪੜ੍ਹਦੇ ਪਏ ਹਾਂ ਉਹਦਾ ਅਗਲਾ ਪੁਆਇੰਟ ਆਉਂਦਾ ਇਹਨਾਂ ਦਾ ਵਪਾਰ, ਟਰੇਡ ਕਿੱਦਾਂ ਦਾ ਸੀ ਇਹਨਾਂ ਲੋਕਾਂ ਦਾ, ਕੀ ਇਹ ਕਰਦੇ ਸੀ, ਕਿੱਦਾਂ ਇਹਨਾਂ ਦਾ ਜਿਹੜਾ ਲੈਣ ਦੇਣ ਸੀ, ਆਰਥਿਕ ਵਿਵਸਥਾ ਇਹਨਾਂ ਦੀ ਕਿੱਦਾਂ ਦੀ ਸੀ। ਜਿਹੜਾ ਇਹਨਾਂ ਦਾ ਵਪਾਰ ਆ ਉਹ ਇਨਰ ਵੀ ਹੁੰਦਾ ਸੀ ਅਤੇ ਆਊਟਰ ਵੀ ਹੁੰਦਾ ਸੀ, ਯਾਨੀ ਕਿ ਜਿਹੜੇ ਆਪਣੇ ਇਹਨਾਂ ਦੇ ਆਪਾਂ ਸ਼ਹਿਰ ਪੜ੍ਹੇ ਹੜੱਪਾ ਸਿਵਲਾਈਜੇਸ਼ਨ ਦੇ, ਲੋਥਲ ਦਾ, ਮੋਹਨਜੋਦੜੋ ਦਾ ਹੜੱਪਾ ਨਾਲ, ਹੜੱਪਾ ਦਾ ਗਾਂ ਚੂੰਦੜੋ ਨਾਲ, ਚੂੰਦੜੋ ਦਾ ਰੋਪੜ ਦੇ ਕਿਸੇ ਸ਼ਹਿਰ ਨਾਲ। ਮਤਲਬ ਇਹਨਾਂ ਦਾ ਅੰਦਰੂਨੀ ਵਪਾਰ ਵੀ ਹੁੰਦਾ ਸੀ, ਜਿਵੇਂ ਅੱਜ ਲਾ ਲਓ ਪਟਿਆਲੇ ਤੋਂ ਮੋਗੇ ਕੋਈ ਚੀਜ਼ ਲੈ ਗਏ ਆਪਾਂ, ਮੋਗੇ ਤੋਂ ਆਪਾਂ ਮੁਹਾਲੀ ਕੋਈ ਚੀਜ਼ ਭੇਜਤੀ। ਮਤਲਬ ਇਨਸਾਈਡ ਵੀ ਹੁੰਦਾ ਸੀ ਵਿਦਇਨ ਸਿਵਲਾਈਜੇਸ਼ਨ ਅਤੇ ਆਊਟਸਾਈਡ ਵੀ, ਯਾਨੀ ਕਿ ਬਾਹਰਲੀਆਂ ਸੱਭਿਅਤਾਵਾਂ ਜਿਵੇਂ ਕਿ ਮਿਸਰ ਦੀ ਸੱਭਿਅਤਾ ਹੋ ਗਈ, ਮੈਸੋਪੋਟਾਮੀਆ ਦੀ ਸੱਭਿਅਤਾ ਹੋ ਗਈ, ਚੀਨ ਦੀ ਸੱਭਿਅਤਾ ਹੋ ਗਈ। ਜਿਵੇਂ ਅੱਜ ਕੱਲ੍ਹ ਆਪਾਂ ਬਾਹਰਲੇ ਮੁਲਕਾਂ ਨਾਲ ਟਰੇਡ ਕਰਦੇ ਹਾਂ ਉਵੇਂ ਇਹਨਾਂ ਦਾ ਵੀ ਸੀ। ਅਤੇ ਇਹਨਾਂ ਦਾ ਜਿਹੜਾ ਸਾਰਾ ਟਰੇਡ ਆਪਾਂ ਪੜ੍ਹਿਆ ਹੀ ਹੈ ਵੀ ਸਾਰਾ ਰਿਵਰਸ ਦੇ ਥਰੂ ਹੁੰਦਾ ਸੀ, ਤਾਂਹੀਓ ਤਾਂ ਆਪਾਂ ਨੂੰ ਜਹਾਜ਼ਾਂ ਬਾਰੇ ਪਤਾ ਚੱਲਿਆ, ਮੋਹਰਾਂ ਬਾਰੇ ਪਤਾ ਚੱਲਿਆ ਵੀ ਇੱਥੋਂ ਕਿੱਦਾਂ ਦੀਆਂ ਮੋਹਰਾਂ ਸੀ ਸਮੁੰਦਰ ਦੇ ਕੰਢਿਆਂ 'ਤੇ, ਦਰਿਆਵਾਂ ਤੋਂ, ਉਹ ਸਭ ਕੁਛ ਪਤਾ ਚੱਲਿਆ। ਅਤੇ ਦੂਜੀ ਮੇਨ ਗੱਲ ਵੀ ਇੱਥੋਂ ਦੇ ਆਪਾਂ ਨੂੰ ਕੋਈ ਵੀ ਕੁਆਇਨਸ ਨਹੀਂ ਮਿਲੇ। ਆਪਾਂ ਪੇਪਰ 'ਚ ਲਿਖ ਵੀ ਸਕਦੇ ਹਾਂ ਜਾਂ ਕੁਐਸਚਨ ਆ ਵੀ ਸਕਦਾ ਵੀ ਇਹਨਾਂ ਦੇ ਕੋਈ ਕੁਆਇਨਸ ਨਹੀਂ ਸੀ, ਯਾਨੀ ਕਿ ਇਹਨਾਂ ਕੋਲ ਕੋਈ ਵੀ ਸਿੱਕੇ ਨਹੀਂ ਸੀ, ਕੋਈ ਆਪਦੀ ਮੁਦਰਾ ਨਹੀਂ ਸੀ, ਕਰੰਸੀ ਨਹੀਂ ਸੀ। ਸੋ ਇਹ ਫਿਰ ਆਪਾਂ ਇਹ ਜੇ ਸੋਚੀਏ ਵੀ ਜੇ ਇਹਨਾਂ ਕੋਲ ਕੋਈ ਕੁਆਇਨਸ ਹੀ ਨਹੀਂ ਸੀਗੇ, ਜਿਵੇਂ ਅੱਜ ਦੇ ਟਾਈਮ ਡਾਲਰ ਹੈ, ਕਿਸੇ ਦਾ ਪੌਂਡ ਹੈ, ਕਿਸੇ ਦੀ ਕੋਈ ਕਰੰਸੀ ਹੈ, ਰੁਪਈਆ ਹੈ ਨਾ, ਤਾਂ ਫਿਰ ਇਹ ਵਪਾਰ ਕਿਵੇਂ ਕਰਦੇ ਸੀ। ਜਿਹੜਾ ਇਹਨਾਂ ਦਾ ਮੋਸਟਲੀ ਵਪਾਰ ਸੀ ਉਹਨੂੰ ਜਿਹੜਾ ਨਾਮ ਦਿੱਤਾ ਗਿਆ ਉਹ ਬਾਰਟਰ ਸਿਸਟਮ ਹੈ।
ਬਾਰਟਰ ਸਿਸਟਮ ਦਾ ਮਤਲਬ ਜਿਵੇਂ ਪਿੰਡਾਂ ਦੇ ਵਿੱਚ ਜਿਹਦੇ ਕੋਲ ਜੋ ਚੀਜ਼ ਆ, ਭਾਈ ਮੇਰੇ ਕੋਲ ਚੌਲ ਹੈਗੇ ਆ, ਤੂੰ ਚੌਲ ਲੈ ਜਾ, ਮੈਨੂੰ ਮੂੰਗੀ ਦੀ ਦਾਲ ਦੇ ਦੇ, ਜਾਂ ਸਾਡੇ ਕੋਲੋਂ ਕਪਾਹ ਲੈ ਜਾ, ਬੁਣਿਆ ਬਣਾਇਆ ਕੱਪੜਾ ਤੂੰ ਦੂਸਰੀ ਚੀਜ਼ ਦਾ ਦੇ ਦੇ, ਹੈ ਨਾ। ਇੱਦਾਂ ਜਿਹੜੀ ਚੀਜ਼ਾਂ ਦੀ ਅਦਲਾ ਬਦਲੀ ਹੁੰਦੀ ਸੀ ਵੀ ਤੂੰ ਉਹ ਚੀਜ਼ ਦੇ ਦੇ ਮੈਨੂੰ ਅਤੇ ਮੈਂ ਤੈਨੂੰ ਬਦਲੇ ਦੇ ਵਿੱਚ ਉਹ ਚੀਜ਼ ਦਿੰਦਾ, ਉਹਨੂੰ ਆਪਾਂ ਕਹਿੰਦੇ ਹਾਂ ਬਾਰਟਰ ਸਿਸਟਮ। ਸੋ ਜਿੰਨਾ ਵੀ ਇਹਨਾਂ ਦਾ ਵਪਾਰ ਆ ਉਹ ਬਾਰਟਰ ਸਿਸਟਮ ਦੇ ਦੁਆਰਾ ਹੁੰਦਾ ਸੀ। ਅਤੇ ਵਪਾਰ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਕਿੱਥੇ ਕਿੱਥੇ ਹੁੰਦਾ ਸੀ। ਮੈਸੋਪੋਟਾਮੀਆ ਜਿਵੇਂ ਕਿ ਅੱਜ ਦੇ ਟਾਈਮ ਆਪਾਂ ਉਹਨੂੰ ਕਹਿ ਦਿੰਦੇ ਹਾਂ ਸੁਮੇਰ ਜਾਂ ਈਰਾਨ, ਅਤੇ ਅਫਗਾਨਿਸਤਾਨ ਨਾਲ ਹੁੰਦਾ ਸੀ, ਚੀਨ ਦੇ ਨਾਲ ਵੀ। ਅਫਗਾਨਿਸਤਾਨ ਦੇ ਵਿੱਚ ਜਿੱਥੇ ਮੇਨ ਇਹਨਾਂ ਦੇ ਜਿਵੇਂ ਸੈਂਟਰ ਹੈ, ਕਿਹੜੇ ਮਤਲਬ ਮੇਨ ਵਪਾਰਿਕ ਸੈਂਟਰ ਸੀਗੇ ਜਿੱਥੇ ਆਪਾਂ ਨੂੰ ਪਤਾ ਚੱਲਿਆ ਵੀ ਇਹ ਸਿੰਧੂ ਘਾਟੀ ਨਾਲ ਵਪਾਰ ਕਰਦੇ। ਸੋ 2 ਮੇਨ ਸ਼ਹਿਰ ਉੱਥੋਂ ਦੇ, ਇੱਕ ਦਾ ਨਾਮ ਹੈ ਸ਼ੁਤੂਗਾਈ ਅਤੇ ਇੱਕ ਦਾ ਨਾਮ ਹੈਗਾ ਮੁੰਦੀਗਾਖ। ਉੱਥੋਂ ਆਪਾਂ ਨੂੰ ਪਤਾ ਚੱਲਿਆ ਕਿਉਂਕਿ ਉੱਥੇ ਮੋਹਰਾਂ ਵਗੈਰਾ ਮਿਲੀਆਂ ਵੀ ਹਾਂ ਇਹ ਸਿੰਧੂ ਘਾਟੀ ਦੇ ਨਾਲ ਵਪਾਰ ਕਰਦੇ ਸੀ। ਉਹ 2 ਮੇਨ ਸ਼ਹਿਰ ਆ ਅਫਗਾਨਿਸਤਾਨ ਦੇ, ਸ਼ੁਤੂਗਾਈ ਅਤੇ ਮੁੰਦੀਗਾਖ। ਹੁਣ ਨੈਕਸਟ ਪੁਆਇੰਟ ਮੇਨ ਗੱਲ, ਜਿਵੇਂ ਅੱਜ ਦੇ ਟਾਈਮ ਲੋਕਾਂ ਦਾ ਧਰਮ ਹੈ, ਉਸ ਟਾਈਮ 'ਚ ਵੀ ਲੋਕਾਂ ਦਾ ਸਪਿਰਿਚੁਅਲਿਟੀ ਦੇ ਵਿੱਚ ਬਿਲੀਵ ਹੁੰਦਾ ਹੋਏਗਾ, ਕਿਸੇ ਨਾ ਕਿਸੇ ਚੀਜ਼ ਨੂੰ ਤਾਂ ਮੰਨਦੇ ਹੀ ਹੋਣਗੇ ਨਾ। ਸੋ ਇਹਨਾਂ ਦਾ ਰਿਲੀਜਨ ਕਿੱਦਾਂ ਦਾ ਸੀ? ਇੱਕ ਤਾਂ ਸ਼ਿਵਲਿੰਗ ਦੀ ਪੂਜਾ ਕਰਦੇ ਸੀ, ਮਦਰ ਗੋਡੈਸ ਯਾਨੀ ਕਿ ਧਰਤੀ ਮਾਂ ਨੂੰ ਮੰਨਦੇ ਸੀ, ਅਤੇ ਪਿੱਪਲ ਦੀ ਪੂਜਾ ਕਰਦੇ ਸੀ। ਪਿੱਪਲ ਦੇ ਦਰਖਤ ਦੇ ਵਿੱਚ ਕਾਫੀ ਮਾਨਤਾ ਸੀ, ਅੱਜ ਦੇ ਟਾਈਮ ਵੀ ਬਹੁਤ ਸਾਰੇ ਲੋਕ ਮੰਨਦੇ ਆ। ਪਰ ਹਾਂ ਮੇਨ ਪੁਆਇੰਟ ਪੇਪਰ 'ਚ ਵੀ ਕੁਐਸਚਨ ਆ ਜਾਂਦਾ ਵੀ ਇਹਨਾਂ ਬਾਰੇ, ਇਹਨਾਂ ਦੇ ਟਾਈਮ 'ਚ ਕੋਈ ਮੰਦਰ ਨਹੀਂ ਸੀ, ਕਿਉਂਕਿ ਜਿੱਥੇ ਇੰਨਾ ਕੁਛ ਲੱਭਿਆ, ਗ੍ਰੇਟ ਗ੍ਰੈਨਰੀ ਲੱਭੀ ਹੈ, ਇਸ਼ਨਾਨ ਘਰ ਲੱਭੇ ਹੈ, ਹੋਰ ਚੀਜ਼ਾਂ ਮਿਲੀਆਂ, ਅਸੈਂਬਲੀ ਹਾਲ ਮਿਲਿਆ, ਤਾਂ ਬਟ ਆਪਾਂ ਨੂੰ ਕਿਤੋਂ ਵੀ ਮੰਦਰਾਂ ਬਾਰੇ ਨਹੀਂ ਪਤਾ ਚੱਲਿਆ। ਮਤਲਬ ਇਹ ਲੋਕ ਮੰਦਰ ਨਹੀਂ ਸੀ ਬਣਾਉਂਦੇ, ਉਹ ਸਿੱਧੀ ਓਪਨ ਦੇ ਵਿੱਚ ਪੂਜਾ ਕਰਦੇ ਸੀ। ਪਰ ਹਾਂ ਪੁਜਾਰੀਆਂ ਦੀ ਸੀਗੀ, ਜਿਵੇਂ ਅੱਜ ਦੇ ਟਾਈਮ ਪੁਜਾਰੀ ਨੇ, ਗ੍ਰੰਥੀ ਨੇ, ਉਸ ਟਾਈਮ ਵੀ ਜਿਹੜੀ ਪੁਜਾਰੀਆਂ ਦੀ ਮਾਨਤਾ ਸੀ। ਅਤੇ ਇਹਦਾ ਪਤਾ ਆਪਾਂ ਨੂੰ ਕਿੱਥੋਂ ਲੱਗਿਆ? ਮੋਹਨਜੋਦਾੜੋ ਜਿਹੜਾ ਸ਼ਹਿਰ ਆ ਉੱਥੋਂ ਇੱਕ ਮੂਰਤੀ ਮਿਲੀ ਆ ਪੁਜਾਰੀ ਦੀ, ਜਿਹਦੇ ਤੋਂ ਪਤਾ ਚੱਲਦਾ ਵੀ ਇਹ ਲੋਕ ਪੁਜਾਰੀਆਂ ਦੇ ਥਰੂ ਵੀ ਪੂਜਾ ਕਰਦੇ ਸੀ। ਇੱਕ ਜਿਹੜੀ ਮੋਹਰ ਹੈ ਉਹ ਪਸ਼ੂਪਤੀ ਸ਼ਿਵ ਦੀ ਮਿਲੀ ਹੈ, ਉਹਦੇ ਉੱਤੇ ਵੀ ਪਤਾ ਚੱਲਦਾ ਵੀ ਇਹ ਲੋਕ ਸ਼ਿਵ ਨੂੰ ਵੀ ਮੰਨਦੇ ਸੀ। ਅਤੇ ਜਿਹੜੀ ਪਸ਼ੂਪਤੀ ਜਿਹੜੀ ਸ਼ਿਵ ਦੀ ਮੋਹਰ, ਉਹਦੇ ਬਾਰੇ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ ਵੀ ਉਹਦੇ ਉੱਤੇ ਕੀ ਕੁਛ ਬਣਿਆ ਹੋਇਆ, ਜਾਂ ਕਿਹੜੇ ਕਿਹੜੇ ਜਾਨਵਰ ਉਹਦੇ ਵਿੱਚ ਜਿਹੜੇ ਉਹ ਪੋਸਚਰ 'ਚ ਬੈਠੇ ਹੋਏ ਆ। ਅਤੇ ਜਿਹੜੀ ਪਸ਼ੂਪਤੀ ਸ਼ਿਵ ਦੀ ਮੂਰਤੀ ਹੈ ਉਹ ਇੱਕ ਸ਼ਿਵ ਬੈਠਾ ਹੋਇਆ ਜਿਹਦੇ 4 ਸਿਰ ਨੇ, 3 ਦਿਖਦੇ ਆ, ਚੌਥਾ ਪਿੱਛੇ ਵਾਲੇ ਪਾਸੇ ਨੂੰ ਹੈ, ਅਤੇ ਯੋਗੀ ਦੀ ਅਵਸਥਾ ਵਿੱਚ ਬੈਠਾ ਹੋਇਆ, ਯਾਨੀ ਕਿ ਚੌਂਕੜੀ ਮਾਰ ਕੇ ਬੈਠਾ ਹੋਇਆ। ਅਤੇ ਉਹਦੇ ਆਲੇ ਦੁਆਲੇ ਹਾਥੀ ਹੈ, ਚੀਤਾ ਹੈ, ਮੱਝ ਹੈ, ਅਤੇ ਇੱਕ ਰਾਈਨੋ ਹੈ ਜਿਹਨੂੰ ਆਪਾਂ ਦਰਿਆਈ ਘੋੜਾ ਕਹਿੰਦੇ ਹਾਂ। ਅਤੇ 2 ਦੇ ਪੈਰਾਂ ਦੇ ਵਿੱਚ ਹਿਰਨ ਬੈਠੇ ਹੋਏ ਆ। ਪੇਪਰ ਦੇ ਵਿੱਚ ਮੋਸਟ ਆਫ ਦਾ ਟਾਈਮ ਕੁਐਸਚਨ ਆ ਜਾਂਦਾ ਵੀ ਉਹ ਕਿਹੜੇ ਜਾਨਵਰ ਹੈਗੇ ਆ ਜਾਂ ਕਿਹੜੇ ਨਹੀਂ ਹੈਗੇ। ਸੋ ਧਿਆਨ ਰੱਖਣਾ ਵੀ 2 ਹਿਰਨ ਪੈਰਾਂ 'ਚ ਬੈਠੇ ਹੋਏ ਆ, ਆਲੇ ਦੁਆਲੇ ਹਾਥੀ, ਚੀਤਾ, ਮੱਝ ਅਤੇ ਰਾਈਨੋ ਬੈਠੇ ਹੋਏ ਨੇ। ਅਤੇ ਉਹ ਆਪਾਂ ਪੜ੍ਹ ਹੀ ਲਿਆ ਵੀ ਜਿਵੇਂ ਸ਼ਿਵਲਿੰਗ ਦੀ ਪੂਜਾ ਕਰਦੇ ਸੀ, ਉੱਦਾਂ ਹੀ ਜਿਹੜੀ ਲੇਡੀਜ਼ ਯੋਨੀ ਹੁੰਦੀ ਆ ਇਹ ਉਹਦੀ ਵੀ ਪੂਜਾ ਕਰਦੇ ਸੀ। ਮਤਲਬ ਇਹ ਲਿੰਗਾਂ ਦੀ ਪੂਜਾ ਕਰਦੇ ਸੀ, ਮਤਲਬ ਨੇਚਰ ਦੇ ਵਿੱਚ ਜੋ ਵੀ ਚੀਜ਼ਾਂ ਸੀ ਉਹ ਨੈਚੁਰਲ ਚੀਜ਼ਾਂ ਦੀ ਪੂਜਾ ਕਰਦੇ ਸੀ। ਹਿਊਮਨ ਲਿੰਗਸ ਨੂੰ ਕਾਫੀ ਇੰਪੋਰਟੈਂਸ ਦਿੰਦੇ ਸੀਗੇ, ਠੀਕ ਹੈ, ਉਹਦੀ ਹੈਲਥ ਲਈ ਜਾਂ ਕੁਛ ਵੀ ਉਹਨਾਂ ਦੀ ਜੋ ਵੀ ਮਾਨਤਾ ਸੀ ਤਾਂ ਪੂਜਾ ਕੀਤੀ ਜਾਂਦੀ ਸੀ। ਅਗਲਾ ਜਿਹੜਾ ਮੇਜਰ ਇਹਦਾ ਕੀ ਫੀਚਰ ਹੈ, ਇਹਨਾਂ ਦੀ ਲਿਪੀ। ਜਿਵੇਂ ਅੱਜ ਦੇ ਟਾਈਮ ਲੋਕ ਆਪਾਂ ਸਕ੍ਰਿਪਟ ਯੂਜ਼ ਕਰਦੇ ਹਾਂ ਲਿਖਣ ਲਈ, ਪੜ੍ਹਨ ਲਈ, ਉਹਨੂੰ ਸਟੱਡੀ ਕਰਦੇ ਹਾਂ, ਉੱਦਾਂ ਇਹਨਾਂ ਲੋਕਾਂ ਦੀ ਵੀ ਇੱਕ ਲਿਪੀ ਸੀ। ਜਿਹੜੀ ਇਹਨਾਂ ਦੀ ਲਿਪੀ ਸੀਗੀ ਉਹ ਪਿਕਟੋਗ੍ਰਾਫਿਕ ਸੀ, ਮਤਲਬ ਉਹਦੇ ਵਿੱਚ ਮੋਸਟਲੀ ਪਿਕਚਰਸ ਬਣੀਆਂ ਹੋਈਆਂ ਸੀ, ਜਿਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਵੀ ਇਹ ਲਿਪੀ ਕਿੱਦਾਂ ਦੀ ਹੈ। ਮੋਸਟਲੀ ਇਹ ਹਰ ਚੀਜ਼ ਨੂੰ ਪਿਕਚਰ ਨਾਲ ਡੋਨੇਟ ਕਰਦੇ ਸੀ। ਜਿੱਥੇ ਇਹਨਾਂ ਨੇ ਪਾਣੀ ਕਹਿਣਾ ਸੀ ਉੱਥੇ ਪੋਟ ਲਾ ਦਿੰਦੇ ਸੀ। ਜੇ ਮੱਛੀ ਬਾਰੇ ਕੋਈ ਗੱਲ ਕਰ ਰਿਹਾ ਤਾਂ ਫਿਸ਼ ਬਣਾ ਦਿੰਦੇ ਸੀ, ਪਲਾਂਟਸ ਬਾਰੇ ਗੱਲ ਕਰ ਰਿਹਾ ਤਾਂ ਪੌਦਾ ਬਣਾ ਦਿੰਦੇ ਸੀ, ਕਿਸੇ ਜਾਨਵਰ ਬਾਰੇ ਗੱਲ ਕਰ ਰਿਹਾ, ਸ਼ਿਕਾਰ ਬਾਰੇ ਗੱਲ ਕਰ ਰਹੇ ਆ ਤਾਂ ਉਹ ਜਾਨਵਰ ਦੀ ਪਿਕਚਰ ਡਰਾ ਕਰ ਦਿੰਦੇ ਸੀ। ਸੋ ਜਿਹੜੀ ਇਹਨਾਂ ਦੀ ਲਿਪੀ ਉਹ ਚਿੱਤਰਮਈ ਸੀ। ਬਟ ਮੋਸਟ ਇੰਪੋਰਟੈਂਟ ਪੁਆਇੰਟ ਜਿਹੜਾ ਪੇਪਰ 'ਚ ਵੀ ਆ ਜਾਂਦਾ ਹੈ ਕਿ ਜਿਹੜੀ ਇਹ ਲਿਪੀ ਹੈ ਅੱਜ ਤੱਕ ਕਿਸੇ ਵੀ ਸਾਇੰਟਿਸਟ ਵਿਦਵਾਨ ਤੋਂ ਪੜ੍ਹੀ ਨਹੀਂ ਗਈ। ਇਹਦੇ ਬਾਰੇ ਸਿਰਫ ਇੱਕ ਅੰਦਾਜ਼ਾ ਹੀ ਹੈ, ਕਿਆਸੇ ਲਾਏ ਜਾਂਦੇ ਆ ਵੀ ਸ਼ਾਇਦ ਕੁਛ ਇੱਦਾਂ ਹੋਊਗਾ, ਇੱਦਾਂ ਹੋਇਆ ਹੋਊਗਾ। ਅਤੇ ਜਿਹੜੀ ਇਹਦੀ ਲਿਪੀ ਦਾ ਜਿਹੜਾ ਸਬੂਤ ਆ ਉਹ ਆਪਾਂ ਨੂੰ ਕਿੱਥੋਂ ਮਿਲਿਆ ਪੇਪਰ 'ਚ? ਇੰਪੋਰਟੈਂਟ ਕੁਐਸਚਨ ਹੈ, ਇੰਪੋਰਟੈਂਟ ਪੁਆਇੰਟ ਵੀ ਹੈ। ਜਿਹੜਾ ਲਿਪੀ ਦਾ ਸਬੂਤ ਹੈ ਚੂਨਦਾੜੋ, ਜਿਹੜੀ ਆਪਾਂ ਸਾਈਟ ਪੜ੍ਹੀ ਹੈ ਨਾ, ਸਿੰਧ ਦਰਿਆ ਦੇ ਕੰਢੇ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਦੇ ਸਿੰਧ ਜ਼ਿਲ੍ਹੇ ਦੇ ਵਿੱਚ, ਉੱਥੋਂ ਹੀ ਇਹਦਾ ਸਬੂਤ ਮਿਲਿਆ ਵੀ ਇਹਨਾਂ ਲੋਕਾਂ ਕੋਲ ਆਪਦੀ ਲਿਪੀ ਵੀ ਸੀ, ਸਕ੍ਰਿਪਟ ਵੀ ਸੀ। ਇੱਕ ਇੰਪੋਰਟੈਂਟ ਪੁਆਇੰਟ ਹੈ ਵੀ ਜਿਹੜੀ ਇਹਨਾਂ ਦੀ ਲਿਪੀ ਆ ਉਹ ਬੋਸਟਰੋਫਿਡਨ ਸੀ। ਬੋਸਟਰੋਫਿਡਨ ਦਾ ਮਤਲਬ ਕੀ ਹੁੰਦਾ ਵੀ ਸੱਜੇ ਤੋਂ ਖੱਬੇ ਜਾਣਾ, ਫਿਰ ਖੱਬੇ ਤੋਂ ਸੱਜੇ, ਸੱਜੇ ਤੋਂ ਖੱਬੇ, ਲਾਈਕ ਅ ਸਨੇਕ ਲਾਈਕ ਸਟਰਕਚਰ, ਇਸ ਬਣਦੀ ਸੀ। ਸੋ ਜਿਹੜੀ ਇਹਨਾਂ ਦੀ ਲਿਪੀ ਹੈ ਨਾ ਉਹ ਬੋਸਟਰੋਫਿਡਨ ਸੀਗੀ, ਜਾਂ ਇਹਨੂੰ ਆਪਾਂ ਇਹ ਵੀ ਕਹਿ ਦਿੰਦੇ ਹਾਂ ਵੀ ਜਿਹੜੀ ਇਹ ਲਿਪੀ ਹੈ ਪ੍ਰੋਟੋ ਦਰਾਵੀਅਨ ਸੀਗੀ। ਠੀਕ ਹੈ ਜੀ, ਇਹਨਾਂ ਦੀ ਲਿਪੀ ਬਾਰੇ ਜਿਹੜੀਆਂ ਮੇਨ ਗੱਲਾਂ ਸੀ ਵੀ ਅਜੇ ਤੱਕ ਪੜ੍ਹੀ ਨਹੀਂ ਗਈ। ਅਤੇ ਪਿਕਟੋਗ੍ਰਾਫਿਕ ਸੀ। ਅਤੇ ਕੋਈ ਇੰਪੋਰਟੈਂਟ ਪੁਆਇੰਟ ਵੀ ਹੈ ਕਿ ਜਿਹੜੀ ਇਹਨਾਂ ਦੀ ਲਿਪੀ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਚਿੰਨ੍ਹ ਹੈ ਉਹ ਕਿਹੜੇ ਚਿੰਨ੍ਹ ਦੀ ਵਰਤੋਂ ਕੀਤੀ ਹੈ, ਕਿਹੜਾ ਸਿੰਬਲ ਆ, ਤਾਂ ਉਹ ਫਿਸ਼ ਹੈ। ਮੋਸਟਲੀ ਇਹਨਾਂ ਦੀ ਲਿਪੀ ਦੇ ਵਿੱਚ ਫਿਸ਼ ਜਿਹੜੀ ਉਹ ਬਾਰ-ਬਾਰ ਆਈ ਹੈ, ਜਿਹੜੀ ਆਪਾਂ ਨੂੰ ਲਿਪੀ ਚੂਨਦਾੜੋ ਵਿਖੇ ਮਿਲੀ ਹੈ। ਕੁਛ ਹੋਰ ਇੰਪੋਰਟੈਂਟ ਗੱਲਾਂ ਵੀ ਜਿਹੜੀਆਂ ਇਹਨਾਂ ਦੀਆਂ ਮੋਹਰਾਂ ਸੀਗੀਆਂ ਇਹਨਾਂ ਦੇ ਲੋਕਾਂ ਦੀਆਂ, ਜਿਹੜੀਆਂ ਇਹ ਵਪਾਰ ਦੇ ਟਾਈਮ ਲਾਉਂਦੇ ਸੀ,
ਚੀਜ਼ਾਂ ਦੇ ਲੈਣ ਦੇਣ ਵੇਲੇ ਉਹ ਜਿਹੜੀਆਂ ਪੱਥਰ ਆ ਉਹ ਕਿਹੜਾ ਪੱਥਰ ਸੀ ਜਿਹਦੀਆਂ ਇਹ ਮੋਹਰਾਂ ਬਣਾਉਂਦੇ ਸੀ, ਤਾਂ ਉਹ ਪੱਥਰ ਦਾ ਨਾਮ ਹੈਗਾ ਸਟੀਟਾਈਟ। ਅਤੇ ਜਿਹੜੀਆਂ ਮੋਸਟਲੀ ਮੋਹਰਾਂ ਉਹਦੇ ਉੱਤੇ ਨਿਸ਼ਾਨ ਕਿਹਦਾ ਸੀ, ਉਹਦੇ ਉੱਤੇ ਜਿਹੜਾ ਨਿਸ਼ਾਨ ਸੀ ਉਹ ਹੰਪਲੈਸ ਬੁੱਲ ਤੋਂ ਹੀ ਆਪਾਂ ਅੰਦਾਜ਼ਾ ਲਾਇਆ ਵੀ ਇਹਨਾਂ ਲੋਕਾਂ ਦੀ ਜਿਹੜੀ ਖੇਤੀਬਾੜੀ ਆ ਉਹ ਪ੍ਰਫੁੱਲਿਤ ਸੀਗੀ, ਅਤੇ ਜਿਹੜਾ ਮੋਸਟਲੀ ਜਿਹੜਾ ਵਪਾਰ ਉਹ ਖੇਤੀਬਾੜੀ ਦੀਆਂ ਚੀਜ਼ਾਂ ਦਾ ਹੀ ਕਰਦੇ ਸੀ। ਅਤੇ ਜਿਹੜਾ ਇਹ ਬਿਨਾਂ ਹੁੱਡ ਵਾਲਾ ਬਲਦ ਸੀਗਾ। ਅਤੇ ਇੱਕ ਜਿਹੜਾ ਆਪਾਂ ਸਿੰਬਲ ਹੈ ਮੇਨ ਸਿੰਬਲ ਸਵਾਸਤਿਕਾ ਦਾ ਜਿਹੜਾ ਸਿੰਬਲ ਆ ਉਹ ਸਿੰਧੂ ਘਾਟੀ ਦੇ ਲੋਕਾਂ ਨੇ ਹੀ ਓਰੀਜੀਨੇਟ ਕੀਤਾ ਸੀ, ਅਤੇ ਆਪਾਂ ਇੱਥੋਂ ਹੀ ਡਰਾਈਵ ਕੀਤਾ ਗਿਆ। ਲਾਸਟ ਟੌਪਿਕ ਹੈ ਇਹਦਾ ਪਤਨ ਦੇ ਕਾਰਨ, ਮਤਲਬ ਕੀ ਕੌਜ਼ ਸੀਗੇ ਵੀ ਜਿਹੜੀ ਸਿੰਧੂ ਘਾਟੀ ਦੀ ਸੱਭਿਅਤਾ ਉਹ ਡਿਕਲਾਈਨ ਹੋ ਗਈ। ਇਹਦੇ ਬਾਰੇ ਅਲੱਗ-ਅਲੱਗ ਅੰਦਾਜ਼ੇ ਆ। ਕਿਸੇ ਦਾ ਕਹਿਣਾ ਵੀ ਜਿਹੜੀ ਸਿੰਧੂ ਘਾਟੀ ਆ ਉਸ ਤੋਂ ਬਾਅਦ ਆਰਿਆ ਲੋਕ ਆ ਗਏ ਸੀਗੇ, ਅਤੇ ਆਰਿਆ ਲੋਕਾਂ ਬੜੇ ਯੁੱਧ ਵਾਲੇ ਸੀਗੇ, ਅਗਰੈਸਿਵ ਪੀਪਲ ਸੀਗੇ, ਅਤੇ ਉਹਨਾਂ ਨੇ ਇਹਨਾਂ ਲੋਕਾਂ 'ਤੇ ਹਮਲਾ ਕਰ ਦਿੱਤਾ, ਅਤੇ ਇਸ ਲਈ ਜਿਹੜੀ ਇਹ ਸੱਭਿਅਤਾ ਦਾ ਪਤਨ ਹੋ ਗਿਆ। ਕੁਛ ਵਿਦਵਾਨਾਂ ਦੇ ਅਕੋਰਡਿੰਗ ਕਹਿਣਾ ਗਾ ਵੀ ਜਿਹੜੀ ਸਿੰਧੂ ਘਾਟੀ ਹੈ ਇੰਦਰ ਦੇਵਗੀ ਗਰਮ ਹੋ ਗਿਆ, ਗੁੱਸਾ ਹੋ ਗਿਆ, ਅਤੇ ਉਹਨੇ ਬਹੁਤ ਸਾਰੀ ਬਾਰਿਸ਼ ਕਰ ਦਿੱਤੀ, ਅਤੇ ਇਸ ਲਈ ਇੰਦਰ ਦੇਵ ਨੇ ਜਿਹੜੀ ਸਿੰਧੂ ਘਾਟੀ ਉਹਨੂੰ ਖ਼ਤਮ ਕਰ ਦਿੱਤਾ। ਇਹ ਜਿਹੜਾ ਮੇਨ ਪੁਆਇੰਟ ਹੈ ਕਿਹਨੇ ਦਿੱਤਾ ਗਿਆ, ਇੱਕ ਵਿਦਵਾਨ ਨੇ ਹਿਸਟੋਰਿਕ ਫੇਮਸ ਵੀਲਰ, ਉਹਨਾਂ ਦਾ ਕਹਿਣਾ ਵੀ ਇੰਦਰ ਦੇਵ ਦੇ ਗੁੱਸੇ ਕਾਰਨ ਇਹਨਾਂ ਦਾ ਪਤਨ ਹੋ ਗਿਆ। ਰਿਗਵੇਦਾ ਜਿਹੜਾ ਕਿ ਆਪਣਾ ਪੁਰਾਣਾ ਸੈਕਰਡ ਟੈਕਸਟ ਬੁੱਕ ਹੈ, ਸਭ ਤੋਂ ਓਲਡੈਸਟ ਈਵਨ ਵਰਲਡ ਦੀ, ਉਹਦੇ ਅਕੋਰਡਿੰਗ ਕਹਿਣਾ ਵੀ ਜਿਹੜੀ ਸਿੰਧੂ ਘਾਟੀ ਹੈ ਰਿਗਵੇਦ ਕਹਿੰਦਾ ਵੀ ਇਹ ਹੜੱਪਾ ਦਾ ਇੱਕ ਯੁੱਧ ਹੋਇਆ ਸੀ, ਅਤੇ ਜਿਹਦੇ ਵਿੱਚ ਹੜੱਪਾ ਦੇ ਲੋਕ ਹਾਰ ਗਏ ਸੀ, ਅਤੇ ਇਸ ਲਈ ਸਿੰਧੂ ਘਾਟੀ ਦਾ ਪਤਨ ਹੋ ਗਿਆ। ਕੁਛ ਲੋਕਾਂ ਦਾ ਕਹਿਣਾ ਵੀ ਬਹੁਤ ਸਾਰੇ ਹੜ੍ਹ ਹੋਏ, ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਵੀ ਕੁਦਰਤੀ ਤੌਰ 'ਤੇ ਕਿਤੇ ਬਰਫ਼ ਪੈ ਰਹੀ ਹੈ, ਕੁਛ ਕਦੇ ਸੋਕਾ ਪੈ ਰਿਹਾ, ਵੀ ਕੁਦਰਤੀ ਤੌਰ 'ਤੇ ਜਿਹੜੀ ਇਹ ਸੱਭਿਅਤਾ ਹੜ੍ਹਾਂ ਦੇ ਕਾਰਨ ਤਬਾਹ ਹੋ ਗਈ। ਕੁਛ ਲੋਕ ਕਹਿੰਦੇ ਆ ਵੀ ਜਿਹੜਾ ਰਿਵਰ ਸਰਸਵਤੀ ਹੈ, ਨਦੀ ਸਰਸਵਤੀ, ਉਹ ਡਰਾਈ ਹੋ ਗਈ, ਅਤੇ ਲੋਕਾਂ ਦੀ ਬੇਸਿਕ ਨੀਡ ਪਾਣੀ ਹੁੰਦੀ ਹੈ, ਅਤੇ ਜਦੋਂ ਪਾਣੀ ਹੀ ਨਹੀਂ ਮਿਲਿਆ ਤਾਂ ਇਸ ਲਈ ਸਿੰਧੂ ਘਾਟੀ ਦਾ ਜਿਹੜਾ ਪਤਨ ਹੋਣਾ ਸ਼ੁਰੂ ਹੋ ਗਿਆ। ਅਤੇ ਇਸ ਤਰ੍ਹਾਂ ਜਿਹੜੀ ਕਈ ਵਾਰ ਪੇਪਰ ਦੇ ਵਿੱਚ ਡੇਟ ਆ ਜਾਂਦੀ ਹੈ ਵੀ ਕਿਹੜਾ ਟਾਈਮ ਪੀਰੀਅਡ ਹੈ। ਵੈਸੇ ਤਾਂ ਆਪਾਂ ਪੜ੍ਹਿਆ ਹੀ ਹੈ ਵੀ 2500 ਤੋਂ 150 1700 BC ਦੇ ਡਿਊਰਿੰਗ ਸਿੰਧੂ ਘਾਟੀ ਚੱਲੀ ਹੈ, ਪਰ ਜਿਹੜੀ ਮੇਨ ਟਾਈਮ ਲਾਈਨ ਹੈ ਵੀ 1500 BC ਦੇ ਐਂਡ ਤੱਕ ਜਿਹੜੀ ਸਿੰਧੂ ਘਾਟੀ ਹੈ ਦਾ ਪੂਰਾ ਨਾਮ ਨਿਸ਼ਾਨ ਖਤਮ ਹੋ ਗਿਆ ਸੀ। ਅਤੇ ਇੰਪੋਰਟੈਂਟ ਕੁਐਸਚਨ ਆ ਜਾਂਦਾ ਵੀ ਸਿੰਧੂ ਘਾਟੀ ਨੂੰ ਆਪਾਂ ਹੜੱਪਾ ਮੇਨ ਕਾਹਤੋਂ ਕਹਿੰਦੇ ਹਾਂ, ਕਿਉਂਕਿ ਇਹਦੀ ਜਿਹੜੀ ਪਹਿਲੀ ਜਗ੍ਹਾ ਸੀਗੀ ਜਿੱਥੇ ਇਹ ਮਿਲੀ ਸੀਗੀ ਉਹ ਹੜੱਪਾ ਸਿਵਲਾਈਜੇਸ਼ਨ 'ਤੇ ਹੀ ਮਿਲੀ ਸੀ, ਇਸ ਲਈ ਇਹਦਾ ਨਾਂ ਜਿਹੜਾ ਹੜੱਪਾ ਦਿੱਤਾ ਸੀ, ਅਤੇ ਇਹ ਨਾਮ ਕਿਹਨੇ ਦਿੱਤਾ ਸੀ, ਜੌਨ ਮਾਰਸ਼ਲ ਨੇ ਦਿੱਤਾ ਸੀ। ਸੋ ਜੀ ਇਹ ਆਪਣਾ ਟੌਪਿਕ ਸੀਗਾ ਹੜੱਪਾ ਸਿਵਲਾਈਜੇਸ਼ਨ, ਹਿਸਟਰੀ ਆਫ ਇੰਡੀਆ ਦਾ ਟੌਪਿਕ। ਆਪਣੇ ਸਾਰੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਸਭ ਤੋਂ ਪਹਿਲੀ ਸਿਵਲਾਈਜੇਸ਼ਨ ਹੀ ਇਹ ਹੈ, ਅਤੇ ਇਹਦੇ ਬਾਰੇ ਪੁੱਛਿਆ ਜਾਂਦਾ ਹੈ, ਅਤੇ ਉਸ ਟਾਈਮ ਦੀਆਂ ਜਿਹੜੀਆਂ ਸੱਭਿਅਤਾਵਾਂ ਵਰਲਡ ਲੈਵਲ 'ਤੇ ਵੀ ਉਹ ਕਿਹੜੀਆਂ ਸੀ, ਇਹਨਾਂ ਬਾਰੇ ਆਪਾਂ ਨੂੰ ਪੇਪਰ 'ਚ ਕੁਐਸਚਨ ਆ ਜਾਂਦਾ। ਇਹ ਆਪਾਂ ਟੌਪਿਕ ਕਵਰ ਕਰ ਲਿਆ, ਜਿਹੜੇ ਇਹਦੇ ਕੀ ਪੁਆਇੰਟਸ ਉਹ ਵੀ ਕਵਰ ਕਰ ਲਏ ਨੇ, ਅਤੇ ਇਹਦਾ ਜੇ ਕਿਸੇ ਨੂੰ ਇਹਦਾ PDF ਚਾਹੀਦਾ ਹੋਇਆ ਉਹ ਵੀ ਤੁਹਾਨੂੰ ਅਵੇਲੇਬਲ ਹੋ ਜਾਊਗਾ। ਕਿਸੇ ਨੂੰ ਕੋਈ ਵੀ ਕੁਐਰੀ ਹੋਈ ਤਾਂ ਜਿਹੜਾ ਮੇਰਾ WhatsApp ਨੰਬਰ ਹੈ 6280171947, ਤੁਸੀਂ ਮੈਨੂੰ ਉਹਦੇ 'ਤੇ ਆਪਦੀ ਕੁਐਰੀ ਪੁੱਛ ਸਕਦੇ ਹੋ। ਕਿਸੇ ਨੂੰ ਕੋਈ ਵੀ ਡਾਊਟ ਹੋਇਆ ਆਪਦਾ ਮੈਸੇਜ ਪਾ ਸਕਦੇ ਹੋ। ਥੈਂਕ ਯੂ ਵੈਰੀ ਮੱਚ।